दर्शकों का प्रोग्राम फ्रंट लाइन में बहुत बहुत स्वागत दोस्तों। अज आप खास गलबात करनी है इसका परमिंदर सिंह थिंद होना थिंक इंश्योरेंस तो उन्होंने आप गल्लां बातां अक्सर करते हैं रेगूलरली उन्होंने इंश्योरेंस के अपडेट्स लेने अज कुछ मसले ने कुछ इंश्योरेंस बारे गल्लां बातां वो उन्होंने करनी है। एक तो जोड़े लोग इत्थे आ रहे हैं हुण फ्लाइट्स खुल जानियां ट्रैवल होना शुरू हो जाना जोड़े सुपर वीज़ा वाले बहुत सारे लोग रुके बैठे ने उत्थे उन्होंने आना है ਉਹਦੇ ਲਈ ਕੀ ਸ਼ਰਤਾਂ ਆ। ਬਹੁਤ ਸਾਰੇ ਟੂਰਿਸਟ ਉੱਥੇ ਜਿਹੜੇ ਆਪਣੇ ਵਿਜ਼ਿਟਰ ਨੇ ਉਹ ਇੰਡੀਆ ਦੇ ਵਿੱਚ ਫਸੇ ਬੈਠੇ ਨੇ ਉਹਨਾਂ ਨੇ ਹੁਣ ਜਦੋਂ ਹੀ ਫਲਾਈਟਸ ਖੁੱਲ੍ਹਣੀਆਂ ਆ ਸਾਰਿਆਂ ਨੇ ਇੱਥੇ ਆਉਣਾ ਆ। ਇਹ ਸਾਰੇ ਕੁਝ ਦੇ ਵਿੱਚ ਇੰਸ਼ੋਰੈਂਸ ਕਿਹੜਾ ਲੈਣਾ ਚਾਹੀਦਾ, ਕੀ ਫਾਇਦਾ ਆ, ਇੱਥੇ ਕਦੇ ਹਸਪੀਟਲ ਜਾਣਾ ਪਵੇ ਤਾਂ ਉਸ ਵੇਲੇ ਕਿੰਨਾ ਤੁਹਾਨੂੰ ਪੇ ਕਰਨਾ ਪੈਂਦਾ ਆ, ਬਿਨਾਂ ਪੇ ਕੀਤੋਂ ਬਚ ਸਕਦੇ ਆ। ਇੱਕ ਜਿਹੜੀ ਸਭ ਤੋਂ ਮਹੱਤਵਪੂਰਨ ਜਾਣਕਾਰੀ ਅੱਜ ਉਹਨਾਂ ਨਾਲ ਅਸੀਂ ਇਹ ਸਾਂਝੀ ਕਰਨੀ ਹੈ। ਦੂਜੀ RESP ਬਾਰੇ ਜਿਹੜੇ ਇੱਥੇ ਲੋਕ ਰਹਿੰਦੇ ਆ ਉਹਦੇ ਬਾਰੇ ਬਹੁਤ ਸਾਰੇ ਭਰਮ ਭੁਲੇਖੇ ਹੁੰਦੇ ਆ। RESP की आ कदों लैनी चाहिए आ, किन्नी गवर्नमेंट ग्रांट दिंदी आ, किन्ने पैसे अंत नूं मिलदे आ, मिलदे भी आ कि नहीं मिलदे, बैंक च करवाउने आ किसी एजेंट कोल करवाउने आ, इहदा की फर्क हुंदा आ। इहदे विच्चों इन्नियां कुछ घुंडियां जां इहदियां गल्लां इन्नियां कुछ गल्लां बातां हुंदियां कि आम बंदे नूं समझ नहीं लगदियां, उलझ जांदा बंदा। इहदे बारे कुछ आपां गल्लां बातां उन्हां तों जिहड़ियां जाणनीआं, कुछ आपां टर्म इंश्योरेंस बारे भी गलबात करांगे। इंश्योरेंस क्यों चाहिए सानूं, इहदी लोड़ की हुंदी आ, ये गल्लां बातां आपां अज थिंद साहब दे नाल करनी है। थिंद साहब बहुत बहुत स्वागत है जी प्रोग्राम च, जी आयां नूं। सत श्री अकाल जी। सत श्री अकाल सोता तुहानूं ते सारे सुन देखना वा मेरे वालों प्यार भरी सत्कार भरी सत श्री अकाल जी। सत श्री अकाल जी। सब तो पहला सानूं दस्सिओ जी जिहड़ा एक विजिटर आम आउंदा हुण क्योंकि फ्लाइट्स खुल जाणियां लोकां ने आउणा आ, ते दूजा जिहड़ा सुपर वीज़े दे उत्ते आउंदा, किहड़ा इंश्योरेंस लेना चाहिए ते की इहदे विच ध्यान रखण वाली गल हुंदी है? देखो जी, सुपर वीज़ा है जो आप पेरेंट्स से ਜਾਂ ਆਪਣੇ ग्रैंड पेरेंट्स ਨੂੰ ਬੁਲਾਉਣਾ ਜੀ, ਸਪਾਂਸਰ ਕਰਨਾ, ਉਹਦੇ ਵਾਸਤੇ $1,00,000 ਦੀ ਸਾਨੂੰ ਰਿਕੁਆਇਰਮੈਂਟ ਹੈਗੀ ਜੀ। ਉਹ ਸਾਨੂੰ ਜੀ ਆਪਸ਼ਨ ਲੈਣੀ ਪੈਣੀ ਇੰਸ਼ੋਰੈਂਸ ਨਾਲੇ ਇੱਥੋਂ ਹੀ ਲੈਣੀ ਪੈਣੀ ਹੈ। ਇਹ ਨਹੀਂ ਵੀ ਆਪਾਂ ਇੰਡੀਆ ਤੋਂ ਹੀ ਖਰੀਦ ਸਕਦੇ ਹਾਂ। ਸੁਪਰ ਵੀਜ਼ੇ ਵਾਸਤੇ ਇੰਸ਼ੋਰੈਂਸ ਸਾਨੂੰ ਆਪਾਂ ਨੂੰ ਇੱਥੋਂ ਲੈਣੀ ਪੈਣੀ ਹੈ। ਉਦੋਂ ਪਹਿਲਾਂ ਜਦੋਂ ਆਪਾਂ $1,00,000 ਦੀ ਸਾਡੀ ਰਿਕੁਆਇਰਮੈਂਟ ਹੈ, ਉਦੋਂ ਬਾਅਦ ਅਸੀਂ $1,00,000 ਤੋਂ ਵੱਧ ਵੀ ਕਵਰੇਜ ਲੈ ਸਕਦੇ ਹਾਂ। 1.5 ਲੱਖ ਦੀ, 2 ਲੱਖ ਦੀ, 3 ਲੱਖ ਦੀ, 5 ਲੱਖ ਦੀ, ਆਪਦੀ ਜ਼ਰੂਰਤ ਦੇ ਹਿਸਾਬ ਨਾਲ ਲੱਗਦਾ ਵੀ ਸਾਨੂੰ ਰਿਸਕ ਸਿਹਤ ਦੇ ਹਿਸਾਬ ਨਾਲ ਕਿੱਦਾਂ ਦਾ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਲੈਣੀ ਹੈ। ਹੁਣ ਇੱਕ ਤਾਂ ਹੋ ਗਿਆ ਵੀ ਜਦੋਂ ਵੀ ਚੀਜ਼ ਲੈਣੀ ਹੈ ਪਹਿਲੀ ਗੱਲ ਆਪਾਂ ਇਕੱਲਾ ਇਹੀ ਨਾ ਪੁੱਛੇ ਵੀ ਉਹਦਾ ਪ੍ਰਾਈਸ ਕੀ ਹੈ। ਜਦੋਂ ਵੀ ਫੋਨ ਕਰੋ ਉਹਨਾਂ ਦੀ ਸਿਹਤ ਬਾਰੇ ਦੱਸੋ। ਜੇ ਅਗਲਾ ਨਹੀਂ ਤੁਹਾਨੂੰ ਸਿੱਧਾ ਅਗਲਾ ਪੁੱਛਦਾ, ਤੁਸੀਂ ਆਪਦੀ ਸਿਹਤ ਉਹਨਾਂ ਦੀ ਦੱਸੋ। ਸਿਹਤ ਤੋਂ ਬਾਅਦ ਤੁਹਾਨੂੰ ਇਹ ਨਾ ਹੋਵੇ ਹੁਣ ਤੁਸੀਂ $100-200 ਬਚਾਉਂਦੇ ਹੋ, ਬਚਾਉਣ ਦੇ ਖਾਤਰ ਜਦੋਂ ਚੀਜ਼ ਦੀ ਲੋੜ ਪੈ ਜਾਏ ਅਗਲੇ ਤਾਂ ਕਹਿਣ ਵੀ ਉਹ ਕਹਿੰਦੇ ਸਾਨੂੰ ਤਾਂ ਦੱਸਿਆ ਨਹੀਂ ਜਦੋਂ ਦਾ ਆਹ ਤੁਹਾਡੀ ਆਹ ਕਵਰੇਜ ਸੀ, ਤੁਸੀਂ ਐਲੀਜੀਬਲ ਹੀ ਨਹੀਂ ਹੈਗੇ। ਫਿਰ ਉਦੋਂ ਪੰਗਾ ਬਹੁਤ ਪੈ ਜਾਂਦਾ। ਹੁਣ ਪਿਛਲੇ ਦਿਨੀ ਫੋਨ ਆਇਆ ਸੀ, ਉਹਨਾਂ ਦੇ $1,00,000 ਦੀ ਕਵਰੇਜ ਲਈ ਵੀ ਹੋਈ ਸੀ, ਪਰ ਬਿੱਲ ਉਹਨਾਂ ਦਾ $1,80,000 ਬਣ ਗਿਆ। ਹੁਣ $80,000 ਹੈ ਉਹ ਤਾਂ ਦੇਣਾ ਹੀ ਪੈਣਾ, ਠੀਕ ਹੈ। ਜੇ ਸ਼ੁਕਰ ਹੈ ਵੀ ਉਹਨਾਂ ਨੇ ਇੰਸ਼ੋਰੈਂਸ ਕਰਾਈ ਹੋਈ ਸੀ। ਹੁਣ ਇਹ ਵੀ $1,80,000 ਉਹਨਾਂ ਨੇ ਰਿਕਵਰ ਕਰਨਾ ਹੀ ਕਰਨਾ। ਜਿਹੜੇ ਵੀ ਉਹਨਾਂ ਦੇ ਇੱਥੇ ਰਿਸ਼ਤੇਦਾਰ ਰਹਿੰਦੇ ਨੇ, ਜਿਹੜੇ ਉਹਨਾਂ ਕੋਲ ਜਿਨ੍ਹਾਂ ਕੋਲ ਆਏ, ਜਿਹਨਾਂ ਸਪੋਂਸਰ ਕੀਤਾ ਸੀਗਾ, ਉਹਨਾਂ ਨੂੰ ਪੈਸੇ ਉਹ ਦੇਣੇ ਹੀ ਪੈਣੇ, ਭਾਵੇਂ ਕਿਸ਼ਤਾਂ ਦੇਣ ਭਾਵੇਂ ਲਮਸਮ ਦੇਣ। ਉਹ ਹੈ ਵੀ ਉਹਨਾਂ ਨੂੰ ਹੁਣ ਫਿਰ ਉਹ ਲੀਨ ਪਾ ਦਿੰਦੇ ਵੀ ਉਹ ਪੈਸੇ ਰਿਕਵਰ ਹੋਣੇ ਹੀ ਹੋਣੇ ਨੇ, ਕਿਉਂਕਿ ਗੌਰਮੈਂਟ ਨੇ ਪੈਸੇ ਉਹ ਲੈਣੇ ਹੀ ਲੈਣੇ ਨੇ। ਇਸੇ ਕਰਕੇ ਜਦੋਂ ਇਹੋ ਜਿਹਾ ਸਮਾਂ ਆ ਜਾਂਦਾ ਸਾਨੂੰ ਇਹ ਪਤਾ ਵੀ ਅਣਗਹਿਲੀ ਨਹੀਂ ਆਪਾਂ ਕਰ ਸਕਦੇ ਇਸ ਚੀਜ਼ 'ਚ। ਜਿਹੜੀ ਚੀਜ਼ ਦੀ ਸਾਨੂੰ ਲੋੜ ਆ, ਲੋੜ ਦੇ ਮੁਤਾਬਿਕ ਚੀਜ਼ ਲਓ। ਉਹਦੇ 'ਚ ਵੀ 2 ਆਪਸ਼ਨਾਂ ਹੁੰਦੀਆਂ। ਜੇ ਸਿਹਤ ਢਿੱਲ ਮੱਠ ਆ, ਉਹਨੂੰ ਆਪਾਂ ਕਹਿੰਦੇ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂ ਨੇ, ਉਹ ਵੀ ਅਸੀਂ ਕਵਰ ਕਰ ਸਕਦੇ ਹਾਂ ਐਜ਼ ਲੌਂਗ ਐਜ਼ ਉਹ ਸਟੇਬਲ ਹੈਗੇ ਨੇ, ਠੀਕ ਹੈ। ਨੰਬਰ 1 ਚੀਜ਼ ਉਹ ਹੁਣ ਜਿਹੜੀ ਆਪਾਂ ਪੁਰਾਣੀਆਂ ਚੀਜ਼ਾਂ ਵੀ ਕਵਰ ਕਰਾਉਣੀਆਂ ਨੇ, ਉਹ ਰੇਟ ਵੀ ਮਹਿੰਗਾ ਲੱਗੂਗਾ, ਠੀਕ ਹੈ। ਹਾਂ, ਰੇਟ ਮਹਿੰਗਾ ਲੱਗੂਗਾ ਉਹਦਾ ਕਾਰਨ ਇਸੇ ਕਰਕੇ ਅਸੀਂ ਪੈਸੇ ਵੱਧ ਦੇ ਰਹੇ ਹਾਂ ਕਿਉਂਕਿ ਜਿਹੜੀ ਢਿੱਲ ਮੱਠ ਉਹ ਕਵਰ ਇੱਥੇ ਆ ਕੇ ਕੋਈ ਉਹਨਾਂ ਦੀ ਕੰਡੀਸ਼ਨ ਕੋਈ ਹੋ ਜਾਂਦੀ ਹੋਰ ਜ਼ਿਆਦਾ, ਉਹਦੀ ਕਵਰੇਜ ਹੋ ਜਾਊਗੀ। ਹੁਣ ਇੱਕ ਹੈ ਵੀ ਸਿਹਤ ਵਧੀਆ 9x9 ਨੂੰ ਆਪਾਂ ਨੂੰ ਲੋੜ ਨਹੀਂ, ਆਪਾਂ ਨੂੰ ਪਤਾ ਵੀ ਪ੍ਰੀਕਾਸ਼ਨ ਵਾਸਤੇ ਸਾਨੂੰ ਕਵਰੇਜ ਚਾਹੀਦੀ ਹੈ। ਜੇ ਭਾਵੇਂ ਸੱਟ ਵੱਜ ਜਾਵੇ, ਸਿਕਨੈਸ ਹੋ ਜਾਵੇ, ਐਮਰਜੈਂਸੀ ਜਾਣਾ ਪੈ ਜਾਵੇ, ਕੁਛ ਵੀ ਹੋ ਜਾਵੇ, ਕਿਉਂਕਿ ਇੰਸ਼ੋਰੈਂਸ ਤਾਂ ਹੀ ਕੰਮ ਕਰਦੀ ਹੈ ਐਮਰਜੈਂਸੀ ਕੋਈ ਵੀ ਸਿਚੁਏਸ਼ਨ ਹੋ ਜਾਵੇ। ਇਹ ਨਹੀਂ ਵੀ ਇੱਕ ਇੰਸ਼ੋਰੈਂਸ ਉਹ ਨਹੀਂ ਕਵਰ ਕਰਦੀ, ਇੱਕ ਸਾਰਾ ਕੁਝ ਕਵਰ ਕਰਦੀ, ਇੱਦਾਂ ਨਹੀਂ ਹੁੰਦਾ। ਇਹ ਤਾਂ ਆਪਾਂ ਵੀ ਇੱਕ ਕੰਪਨੀ ਕੋਲ ਆਪਸ਼ਨ ਹੈਗੀਆਂ, ਇੱਕ ਕੋਲੇ ਨਹੀਂ ਹੈਗੀਆਂ, ਜਿਹੜੇ ਆਪਾਂ ਰੇਟ ਦੇਖਣਾ ਵੀ ਸਾਨੂੰ ਕਿੱਥੇ ਟੁੱਕਦੀ ਆ। ਹੁਣ ਸਾਨੂੰ ਪਤਾ ਲੱਗਾ ਸਿਹਤ ਵਧੀਆ, ਫਿਰ ਅਸੀਂ ਰੇਟ ਟਣਕਾ ਕੇ ਲੈਣਾ ਵੀ ਸਾਨੂੰ ਕਿੱਥੋਂ ਚੀਜ਼ ਵਧੀਆ ਮਿਲਦੀ ਹੈ, ਸਸਤੇ ਮਿਲਦੀ ਹੈ। ਫਿਰ ਤੁਸੀਂ ਡਿਡਕਟੇਬਲ ਵੀ ਰੱਖ ਸਕਦੇ ਹੋ। ਡਿਡਕਟੇਬਲ ਦਾ ਮਤਲਬ ਇਹ ਹੈ ਵੀ ਜਿਹੜੀ ਹੁਣ ਆਪਾਂ 1100 ਦੀ ਚੀਜ਼ ਮਿਲਦੀ ਹੈ ਜ਼ੀਰੋ ਡਿਡਕਟੇਬਲ ਦੇ ਨਾਲ, ਉਹ ਹੈ ਵੀ $1,00,000 ਦੀ ਕਵਰੇਜ ਸਾਰੇ ਸਾਲ ਦੀ ਹੈ। ਅਸੀਂ ਕਿਹਾ ਵੀ ਡਿਡਕਟੇਬਲ ਰੱਖ ਦਈਏ 250 ਜਾਂ 500। ਹੁਣ ਜੇ 500 ਰੱਖਤਾ ਹੈ ਸਾਨੂੰ ਜਾਂ 15% ਜਾਂ 10% ਆਫ ਮਿਲ ਗਿਆ, ਉਹਦੇ ਨਾਲ ਇਹ ਹੈ ਵੀ ਜਿੰਨਾ ਪ੍ਰੀਮੀਅਮ ਸੀਗਾ ਹੁਣ 15% ਕਿਸ਼ਤ ਘੱਟ ਗਈ। ਹੁਣ ਉਹਦਾ ਇੱਕ ਇਹ ਕੈਚ ਹੈਗਾ ਜੀ, ਜਦੋਂ ਵੀ ਅਸੀਂ ਕਲੇਮ ਲੈਣਾ ਹੈ, ਜੇ ਕਲੇਮ ਕਰਾਂਗੇ ਸਾਨੂੰ ਉਹ ਜਾਂ 150 ਰੱਖਿਆ ਜਾਂ 500 ਡਿਡਕਟ ਜਾਂ 250 ਰੱਖਿਆ, ਉਹ ਸਾਨੂੰ ਹਰੇਕ ਵਾਰੀ ਜੇਬ 'ਚੋਂ ਦੇਣਾ ਹੀ ਪੈਣਾ, ਠੀਕ ਹੈ। ਹੁਣ ਇਹ ਵੀ ਅਸੀਂ ਤਾਂ ਪਹਿਲਾਂ 200 ਘਟਾ ਲਿਆ,
ਪਰ ਉਹ ਹੈ ਵੀ ਉਹਦੇ ਨੁਕਸਾਨ ਇਹ ਹੈ ਵੀ ਜਿੰਨ ਉਸ ਤੋਂ ਬਾਅਦ ਕਲੇਮ ਆਉਂਦੇ ਉਨੇ ਵਾਰੀ ਅਸੀਂ ਪੇ ਕਰਨਾ ਪੈਣਾ। ਹੁਣ ਇਹ ਵੀ ਪ੍ਰੀ ਐਗਜ਼ਿਸਟਿੰਗ ਹੋ ਗਈ, ਰੈਗੂਲਰ ਹੋ ਗਈ, ਹੈਲਥ ਦੇ ਹਿਸਾਬ ਨਾਲ ਸਾਨੂੰ ਚੀਜ਼ ਮਿਲ ਗਈ। ਇਹ ਹੈ ਵੀ ਉਦੋਂ ਬਾਅਦ ਤੁਹਾਨੂੰ ਇਹ ਪਤਾ ਵੀ ਹਾਂ ਇਹ ਨਹੀਂ ਵੀ ਤੁਸੀਂ ਕੋਈ ਚੀਜ਼ ਐਮਰਜੈਂਸੀ ਕੋਈ ਵੀ ਸਿਚੁਏਸ਼ਨ ਹੋ ਜਾਏ, ਭਾਵੇਂ ਡਾਕਟਰ ਦੇ ਜਾਣਾ ਪੈ ਜਾਵੇ ਜਾਂ ਐਮਰਜੈਂਸੀ ਜਾਣਾ ਪੈ ਜਾਵੇ, ਤੁਹਾਡੀਆਂ ਸਾਰੀਆਂ ਕਵਰੇਜ ਹੋ ਗਈਆਂ। ਇਹ ਤਾਂ ਹੈ ਸੁਪਰ ਵੀਜ਼ਾ ਵਾਸਤੇ। ਹੁਣ ਹੈ ਵੀ ਜਿਹੜੇ ਉੱਥੇ ਹੁਣ ਵਿਜ਼ਿਟਰ ਆਉਣਾ ਜਿਨ੍ਹਾਂ ਨੇ, ਉਹਨਾਂ ਨੂੰ ਸੁਪਰ ਵੀਜ਼ਾ ਲੈਣ ਦੀ ਲੋੜ ਨਹੀਂ। ਸੁਪਰ ਵੀਜ਼ਾ ਵੀ ਇੱਕ ਟਰੈਵਲ ਇੰਸ਼ੋਰੈਂਸ ਹੀ ਆ, ਠੀਕ ਹੈ ਜੀ। ਹੁਣ ਨਾਂ ਰੱਖਤਾ ਜੀ ਸੁਪਰ ਵੀਜ਼ਾ, ਅਤੇ ਦੂਜੇ ਜਿਹੜੇ ਵਿਜ਼ਿਟਰ ਨੇ ਉਹਨਾਂ ਨੇ ਆਉਣਾ, ਉਹ ਵੀ ਟਰੈਵਲ ਇੰਸ਼ੋਰੈਂਸ ਹੈ ਜੀ। ਸੁਪਰ ਵੀਜ਼ਾ ਵੀ ਟਰੈਵਲ ਇੰਸ਼ੋਰੈਂਸ ਹੈ, ਪਰ ਉਹ ਲੱਖ ਦੀ ਮੈਂਡੇਟੋਰੀ ਹੋ ਗਈ। ਜਿਹੜੀ ਦੂਜੀ ਇੰਸ਼ੋਰੈਂਸ ਉਹਨਾਂ ਨੂੰ ਆਪਦੀ ਮਰਜ਼ੀ ਹੈ, ਭਾਵੇਂ 50,000 ਦੀ ਕਰਾ ਲੈਣ, ਭਾਵੇਂ 25,000 ਦੀ ਕਰਾ ਲੈਣ, ਭਾਵੇਂ ਨਾ ਕਰਾਉਣ, ਕਿਉਂਕਿ ਸੁਪਰ ਵੀਜ਼ਾ ਤਾਂ ਅਸੀਂ ਐਪਲੀਕੇਸ਼ਨ ਲਵਾਉਣੀ ਸਾਨੂੰ ਕਰਾਉਣੀ ਪੈਣੀ ਹੈ। ਦੂਜੀ ਜਿਹੜੀ ਟਰੈਵਲ ਵਿਜ਼ਿਟਰ ਵਾਸਤੇ ਇੰਸ਼ੋਰੈਂਸ ਹੈ, ਆਪਦੇ ਹਿਸਾਬ ਨਾਲ ਭਾਵੇਂ ਮਹੀਨੇ ਵਾਸਤੇ ਆਉਣਾ, 2 ਮਹੀਨਿਆਂ ਵਾਸਤੇ ਆਉਣਾ, 3 ਮਹੀਨਿਆਂ ਵਾਸਤੇ ਵੀ ਆਉਣਾ, ਫਿਰ ਆਪਦੇ ਹਿਸਾਬ ਨਾਲ ਅਸੀਂ ਕਰ ਸਕਦੇ ਜਿੰਨਾ ਚਿਰ ਰਹਿਣਾ ਹੈ। ਉਹਦੀ ਵੀ ਅਗੇਨ ਕਵਰੇਜ ਸੇਮ ਹੀ ਹੈ, ਰਿਕੁਆਇਰਮੈਂਟ ਨਹੀਂ ਉਹਦੀ ਕੋਈ ਹੈਗੀ ਤੁਸੀਂ ਇੰਨੀ ਉਹ ਲੈਣੀ ਪੈਣੀ। ਉਹ ਤਾਂ ਆਪਣੀ ਮਰਜ਼ੀ ਹੈ ਵੀ ਸਾਨੂੰ ਪਤਾ ਵੀ ਜਿਹੜੀ ਚੀਜ਼ ਸਾਨੂੰ ਭਾਵੇਂ 50,000 ਦੀ ਲਈਏ, ਲੱਖ ਦੀ ਲਈਏ, 1.5 ਲੱਖ ਦੀ ਲਈਏ। ਹੁਣ ਹੈ ਵੀ ਕੋਵਿਡ ਦਾ ਹੈਗਾ, ਮੇਕ ਸ਼ੋਰ ਕਰੋ ਜਿਹੜੀ ਵੀ ਕਵਰੇਜ ਹੈਗੀ ਕੋਵਿਡ ਕਵਰ ਕਰਦੀ ਹੈ। ਐਮਰਜੈਂਸੀ ਸਿਚੁਏਸ਼ਨ ਹੈ, ਪ੍ਰੀ ਐਗਜ਼ਿਸਟਿੰਗ ਉਹਨਾਂ ਦੀ ਹੈਲਥ ਸਿਚੁਏਸ਼ਨ ਦਾ ਆ ਕੇ ਦੱਸੋ। ਜੇ ਕੋਈ ਦਵਾਈਆਂ ਨੇ, ਡਾਕਟਰ ਦਾ ਨੋਟ ਹੈ ਉੱਥੋਂ ਨਾਲ ਲੈ ਕੇ ਆਓ, ਜੇ ਕੱਲ੍ਹ ਨੂੰ ਇੱਥੇ ਕਲੇਮ ਆਉਂਦਾ ਤਾਂ ਸਾਰੀਆਂ ਚੀਜ਼ਾਂ ਆਪਾਂ ਉਸ ਹਿਸਾਬ ਨਾਲ ਕੰਮ ਹੋ ਸਕਦਾ ਹੈ। ਤੇ ਸਾਹਿਬ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਹੈਲਥ ਦੀ ਕੰਡੀਸ਼ਨ ਪਹਿਲਾਂ ਦੱਸਣੀ ਚਾਹੀਦੀ ਹੈ ਇੰਸ਼ੋਰੈਂਸ ਤੋਂ, ਇਹਦਾ ਕੀ ਮਤਲਬ ਹੁੰਦਾ? ਮੰਨ ਲਓ ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਕੋਈ ਸਟ੍ਰੋਕ ਹੋ ਚੁੱਕਾ ਹਾਰਟ ਦਾ, ਆਉਣਾ ਉਹਨਾਂ ਨੇ ਹੈਗਾ ਇੱਥੇ ਆਪਣੇ ਬੱਚਿਆਂ ਨੂੰ ਮਿਲਣ ਆਉਣਾ, ਕੋਈ ਸਟੂਡੈਂਟ ਆ ਜਾਂ ਕੋਈ ਹੋਰ ਆ, ਉਹਨਾਂ ਨੇ ਵਿਜ਼ਿਟਰ ਆਉਣਾ ਹੈ ਇੱਥੇ, ਉਹ ਹੁਣ ਇੰਸ਼ੋਰੈਂਸ ਲੈਣ ਤੋਂ ਪਹਿਲਾਂ ਇਹ ਦੱਸਣ ਵੀ ਮੈਨੂੰ ਸ਼ੂਗਰ ਆ, ਮੈਨੂੰ ਬਲੱਡ ਪ੍ਰੈਸ਼ਰ ਆ, ਜਾਂ ਮੈਨੂੰ ਦਿਲ ਦਾ ਕੁਛ ਪਹਿਲਾਂ ਪ੍ਰੋਬਲਮ ਹੋਈ ਸੀ, ਤਾਂ ਉਹਦੇ ਨਾਲ ਫਿਰ ਫਰਕ ਕੀ ਪਊਗਾ? ਕੀ ਫਿਰ ਉਹ ਚੀਜ਼ ਕਵਰ ਨਹੀਂ ਹੋਊਗੀ? ਹਾਂਜੀ ਦੇਖੋ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ, ਕਿਉਂਕਿ ਉਹਨਾਂ ਦੇ ਪ੍ਰੀ ਐਗਜ਼ਿਸਟਿੰਗ ਹੈਲਥ ਇਸ਼ੂਜ਼ ਹੈ, ਐਗਜ਼ਾਮਪਲ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ। ਹੁਣ ਬਲੱਡ ਪ੍ਰੈਸ਼ਰ ਕਰਕੇ ਆਪਾਂ ਰੈਗੂਲਰ ਇੰਸ਼ੋਰੈਂਸ ਲੈ ਲਈ। ਹੁਣ ਬਲੱਡ ਪ੍ਰੈਸ਼ਰ ਦਾ ਉਹਨਾਂ ਨੂੰ ਪਹਿਲਾਂ ਹੀ ਹੈਲਥ ਇਸ਼ੂ ਹੈ, ਇੱਥੇ ਆ ਕੇ ਬਲੱਡ ਪ੍ਰੈਸ਼ਰ ਐਲੀਵੇਟ ਹੋ ਗਿਆ, ਸਾਨੂੰ ਹਸਪਤਾਲ ਜਾਣਾ ਪੈ ਗਿਆ। ਬਿਲਕੁਲ। ਹੁਣ ਅਸੀਂ ਪਾਲਿਸੀ ਤਾਂ ਲਈ ਹੋਈ ਹੈ 9/9 ਵਾਲੀ, ਸਾਨੂੰ ਕਿਸੇ ਚੀਜ਼ ਦੀ, ਠੀਕ ਹੈ, ਉਹਦੇ 'ਚ ਬਲੱਡ ਪ੍ਰੈਸ਼ਰ ਤੋਂ ਬਗੈਰ ਸਾਰਾ ਕੁਝ ਕਵਰ ਹੋ ਜਾਊਗਾ, ਕਿਉਂਕਿ ਅਸੀਂ ਪਾਲਿਸੀ ਉਹ ਲਈ ਹੋਈ ਹੈ ਵੀ ਜਿਹਦੇ 'ਚ ਪੁਰਾਣਾ ਕੁਛ ਕਵਰ ਨਾ ਹੋਵੇ। ਜੇ ਅਸੀਂ ਪੈਸੇ ਵੱਧ ਦੇ ਕੇ ਉਹ ਕਵਰੇਜ ਲਈ ਹੋਈ, ਸਾਨੂੰ ਚਿੰਤਾ ਨਹੀਂ ਵੀ ਭਾਵੇਂ ਬਲੱਡ ਪ੍ਰੈਸ਼ਰ ਵੱਧ ਗਿਆ ਘਟ ਗਿਆ, ਕੋਈ ਚਿੰਤਾ ਨਹੀਂ, ਕਿਉਂਕਿ ਉਹ ਚੀਜ਼ ਨੂੰ ਅਸੀਂ ਪਹਿਲਾਂ ਦੱਸ ਕੇ ਚੀਜ਼ ਲਈ ਹੋਈ ਹੈ। ਨਹੀਂ, ਮੰਨ ਲਓ ਬਲੱਡ ਪ੍ਰੈਸ਼ਰ ਕਿਸੇ ਦਾ ਵੱਧ ਗਿਆ, ਇਹ ਉਹਨਾਂ ਨੂੰ ਡਾਕਟਰਸ ਉਹ ਇਹ ਕਿੱਦਾਂ ਦੇਖਦੇ ਵੀ ਇੱਕ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਸੀਗੀ ਜਾਂ ਹੁਣੇ ਆਈ ਸਮੱਸਿਆ, ਇਹਨੂੰ ਫਿਰ ਕਿੱਦਾਂ ਟੈਕਲ ਕਰਦੇ? ਹਾਂਜੀ ਇੱਦਾਂ ਵੀ ਜਦੋਂ ਆਪਾਂ ਚੀਜ਼ ਲੈਂਦੇ, ਜਦੋਂ ਜਾਂਦੇ ਹਾਂ ਆਪਾਂ ਹਸਪਤਾਲ, ਡਾਕਟਰ ਪੁੱਛਦਾ ਵੀ ਪਹਿਲਾਂ ਕਿਹੜੀਆਂ ਦਵਾਈਆਂ ਤੁਸੀਂ ਲੈਂਦੇ ਹੋ, ਠੀਕ ਹੈ। ਆਉਣ ਤੋਂ ਪਹਿਲਾਂ ਆਪਾਂ ਪਹਿਲਾਂ ਝੋਲਾ ਮੂਹਰੇ ਰੱਖ ਦਿੰਦੇ ਜੀ, ਆਹ ਸਾਡੇ ਆਹ ਦਵਾਈਆਂ ਦੀ ਪਹਿਲਾਂ ਲੈਂਦੇ ਸੀਗੇ ਜੀ, ਆਹ ਸਾਡੇ ਨੇ ਚਲੋ, ਕਿਉਂਕਿ ਅਸੀਂ ਡਾਕਟਰ ਕੋਲ ਜਾ ਕੇ ਝੂਠ ਨਹੀਂ ਬੋਲ ਸਕਦੇ, ਨਹੀਂ ਬੋਲ ਸਕਦੇ। ਡਾਕਟਰ ਨੇ ਇਲਾਜ ਤਾਂ ਹੀ ਦੇਣਾ, ਜੇ ਨਹੀਂ ਦੱਸਾਂਗੇ ਆਪਰੇਸ਼ਨ ਹੋਇਆ ਕੁਛ ਹੈ, ਪਤਾ ਲੱਗੇ ਹੀ ਜਾਣਾ ਉਹਨਾਂ ਨੂੰ ਵੀ ਤੁਸੀਂ ਆਹ ਚੀਜ਼, ਕਿਉਂਕਿ ਉੱਥੇ ਜਾ ਕੇ ਇਹ ਤਾਂ ਨਹੀਂ ਕਹਿ ਸਕਦੇ ਵੀ ਮੈਂ ਤਾਂ 9/9 ਸੀ, ਅੱਜ ਹੀ ਮੈਨੂੰ ਬਲੱਡ ਪ੍ਰੈਸ਼ਰ ਦਾ ਇਸ਼ੂ ਹੋਇਆ। ਉਹ ਫਿਰ ਉਦੋਂ ਚੀਜ਼ਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਆਹ ਪਹਿਲਾਂ ਤੁਸੀਂ ਚੱਲ ਰਿਹਾ, ਤੁਸੀਂ ਹੁਣ ਆਹ ਆ, ਕਿਉਂਕਿ ਉਹਨਾਂ ਨੇ ਤਾਂ ਇਲਾਜ ਕਰਨਾ, ਉਹਨਾਂ ਨੇ ਕਲੇਮ ਬਾਰੇ ਉਹਨਾਂ ਨੂੰ ਕੁਛ ਨਹੀਂ, ਤੁਸੀਂ ਇੰਸ਼ੋਰੈਂਸ ਹੈਗੀ ਨਹੀਂ ਹੈਗੀ, ਉਹਨਾਂ ਨੂੰ ਕੁਛ ਨਹੀਂ ਹੈਗਾ ਉਸ ਚੀਜ਼ ਬਾਰੇ, ਉਹਨਾਂ ਦਾ ਇਲਾਜ ਕਰਨਾ। ਉਹਦਾ ਬਾਅਦ ਜਦੋਂ ਇੰਸ਼ੋਰੈਂਸ ਕੰਪਨੀਆਂ ਨੇ ਪੈਸੇ ਹਸਪਤਾਲ ਨੂੰ ਦੇਣੇ, ਉਹ ਬਾਅਦ 'ਚ ਕਿੰਤੂ ਪਰੰਤੂ ਆ ਸਕਦਾ, ਇਲਾਜ ਤਾਂ ਉਹਨਾਂ ਨੂੰ ਦੱਸ ਕੇ ਹੀ ਹੋਣਾ ਸਾਰਾ ਕੁਛ। ਹਾਂ, ਇਲਾਜ ਕਰਨ ਇਹ ਗੱਲ ਠੀਕ ਹੈ ਬਿਲਕੁਲ। ਤੇ ਫਿਰ ਇਹਦਾ ਕੀ ਉਹ ਇੰਸ਼ੋਰੈਂਸ ਮਹਿੰਗੀ ਹੋਊਗੀ? ਹਾਂਜੀ, ਜਿਹੜੀ ਦੂਜੀ ਹੈ ਐਗਜ਼ਾਮਪਲ ਜੇ ਹੁਣ 1200 ਦੀ ਹੈ, ਦੂਜੀ 1400 ਦੀ ਹੋ ਜਾਊਗੀ। ਤੇ ਇਹ ਚੀਜ਼ਾਂ ਕਵਰ ਹੋ ਸਕਦੀਆਂ, ਇਦਾਂ ਨਹੀਂ ਕਿ ਜਿਹੜੀ ਇੱਕ ਵਾਰੀ ਪ੍ਰੋਬਲਮ ਹੋ ਗਈ ਉਹ ਕਈ ਇਦਾਂ ਕਹਿੰਦੇ ਆ ਕਿ ਜੇ ਮੰਨ ਲਓ ਤੁਹਾਨੂੰ ਕੋਈ ਦਿਲ ਦੀ ਪ੍ਰੋਬਲਮ ਆ ਵੀ ਉਹਨੂੰ ਛੱਡ ਕੇ ਬਾਕੀ ਸਾਰਾ ਕੁਝ ਇੰਸ਼ੋਰੈਂਸ ਕਵਰ ਕਰ ਦਊਗਾ। ਹਾਂਜੀ ਬਿਲਕੁਲ, ਜੇ ਪ੍ਰੀ ਐਗਜ਼ਿਸਟਿੰਗ ਤੁਹਾਡੀਆਂ ਚੀਜ਼ਾਂ ਹੈਗੀਆਂ ਨੇ ਉਹ ਵੀ ਕਵਰ ਹੋ ਸਕਦੀਆਂ ਨੇ ਬਿਲਕੁਲ, ਐਜ਼ ਲੌਂਗ ਐਜ਼ ਸਟੇਬਲ ਨੇ, ਡਾਕਟਰ ਤੋਂ ਨੋਟ ਲੈ ਕੇ ਆਉਣ ਵੀ ਸਟੇਬਲ ਹੈ, ਤੁਸੀਂ ਟਰੈਵਲ ਕਰ ਸਕਦੇ ਹੋ, ਡਾਕਟਰ ਦੀ ਐਡਵਾਈਸ ਅਗੇਂਸਟ ਤੁਸੀਂ ਟਰੈਵਲ ਨਹੀਂ ਕਰ ਰਹੇ, ਉਹ ਚੀਜ਼ਾਂ ਫਿਰ ਕਾਫੀ ਮਹੱਤਵਪੂਰਨ ਨੇ। ਡਾਕਟਰ ਦਾ ਨੋਟ ਜੇ ਨਾਲ ਹੋਇਆ ਵੀ ਲਾਸਟ 180 ਦਿਨਾਂ ਤੋਂ ਸੋਤਾ ਸਾਹਿਬ ਤੁਸੀਂ ਬਿਲਕੁਲ ਸਹੀ ਹੋ, ਟਰੈਵਲ ਕਰ ਸਕਦੇ ਹੋ, ਕੋਈ ਹੈਲਥ ਇਸ਼ੂ ਨਹੀਂ ਹੈਗਾ, ਕੋਈ ਕਿੰਤੂ ਪਰੰਤੂ ਨਹੀਂ ਹੋਣੀ ਜੀ। ਮੰਨ ਲਓ ਇੱਥੇ ਆ ਗਏ, ਇੱਕ ਪਹਿਲਾਂ ਤਾਂ ਇਹ ਦੱਸੋ ਵੀ ਇੰਸ਼ੋਰੈਂਸ ਜਨਰਲੀ ਕਿੰਨੇ ਦਾ ਲੈ ਕੇ ਆਉਣਾ ਚਾਹੀਦਾ? ਸੁਪਰ ਵੀਜ਼ੇ ਦੇ ਤਾਂ 1 ਲੱਖ ਮੈਂਡੇਟੋਰੀ ਹੈ, ਵੈਸੇ ਤੁਸੀਂ ਕੀ ਸਲਾਹ ਦਿੰਦੇ ਹੋ? ਦੇਖੋ ਜੀ, ਮੈਂ ਤੁਹਾਨੂੰ ਹੁਣ ਐਗਜ਼ਾਮਪਲ ਦੇ ਕੇ ਦੱਸਿਆ ਜੀ, ਉਹਨਾਂ ਦਾ ਹਾਰਟ ਦਾ ਆਪਰੇਸ਼ਨ ਹੈ ਜੀ, 1,80,000 ਲੱਗਿਆ, ਠੀਕ ਹੈ, ਕੋਈ ਅੰਤ ਨਹੀਂ, ਪਤਾ ਨਹੀਂ ਵੀ ਕਿੱਦਾਂ ਦੀ ਕੀ ਤਕਲੀਫ ਹੋ ਜਾਣੀ ਹੈ। ਉਹ ਤਾਂ ਹੁਣ ਹਸਪਤਾਲ ਨੇ ਤਾਂ ਉਦੋਂ ਹੀ ਜਾਣ ਦੇਣਾ ਜਦੋਂ ਸਿਹਤ ਠੀਕ ਹੋ ਗਈ, ਭਾਵੇਂ ਹੁਣ ਹਫ਼ਤਾ ਹਰੇਕ ਦਿਨ ਦਾ ਜੇ ਤੁਸੀਂ ਲਾਉਂਦੇ ਹੋ, ਜੇ ਆਪਾਂ ਐਮਰਜੈਂਸੀ ਜਾਂਦੇ ਹਾਂ 10,000 ਤੋਂ ਲੈ ਕੇ 6,000 ਦਾ ਖਰਚਾ ਹੈਗਾ ਹੀ ਹੈਗਾ। ਹੁਣ ਜੇ ਤੁਸੀਂ ਲਾ ਲਓ ਵੀ 10 ਦਿਨ ਰਹਿਣਾ ਪੈ ਗਿਆ, ਬਾਕੀ ਚੀਜ਼ਾਂ ਆਪਰੇਟ ਕੀਤੀਆਂ ਉਹਨਾਂ ਨੇ, ਉਹ ਅੱਡ ਖਰਚੇ ਨੇ। ਹੁਣ ਇਹ ਵੀ ਇਹ ਤਾਂ ਕੋਈ ਹੈ ਨਹੀਂ, ਪਰ ਹਾਂ ਜੇ ਸਿਹਤ ਠੀਕ ਹੈ ਐਮਰਜੈਂਸੀ ਵਾਸਤੇ ਹੈ, ਐਮਰਜੈਂਸੀ ਵਾਸਤੇ ਐਟਲੀਸਟ ਮਿਨੀਮਮ ਲੱਖ ਦੀ ਤਾਂ ਚਾਹੀਦੀ ਹੈ ਜੀ। ਉਦੋਂ ਵੱਧ ਹੋਵੇ ਤਾਂ ਫਿਰ ਆਪਾਂ ਆਪਦਾ ਬਜਟ ਵੀ ਦੇਖਣਾ, ਇਹ ਨਾ ਹੋਵੇ ਆਪਾਂ ਆਪਦੇ ਬਜਟ ਦੇ ਹਿਸਾਬ ਨਾਲ ਆਪਦਾ ਬਜਟ ਤੋਂ ਬਾਹਰ ਚਲੇ ਜਾਈਏ, ਵੀ ਐਟਲੀਸਟ ਨਾ ਹੋਣ ਨਾਲੋਂ ਕੁਛ ਨਾ ਕੁਛ ਕਵਰੇਜ ਹੋਵੇ ਤਾਂ ਵਧੀਆ ਜੀ।
ਤੇ ਇਹ ਥਿੰਕ ਸਾਹਿਬ ਇੱਕ ਹੋਰ ਗੱਲ ਦੱਸਿਓ, ਕੋਈ ਇਦਾਂ ਦੀ ਇੰਸ਼ੋਰੈਂਸ ਹੈਗੀ ਹੈ ਕਿ ਜਿਹੜੀ ਸਾਰਾ ਕੁਝ ਕਵਰ ਕਰ ਦੇਵੇ, ਜਿਹੜੀ ਇੱਥੇ ਦੇ ਇੱਕ ਸਿਟੀਜ਼ਨ ਦੀ ਐਮਐਸਪੀ ਕਵਰ ਕਰਦੀ ਹੈ? ਹਾਂਜੀ ਬਿਲਕੁਲ, ਉਹ ਕਵਰੇਜ ਵਿਜ਼ਿਟਰ ਵਾਸਤੇ ਨਹੀਂ ਹੈਗੀ ਜੀ। ਅੱਛਾ ਜੀ। ਸਟੂਡੈਂਟ ਵਾਸਤੇ ਉਹ ਆਪਸ਼ਨ ਹੈਗੀ ਹੈ। ਜਿਹੜੇ ਸਟੂਡੈਂਟ ਆਉਂਦੇ ਨੇ ਉਹਨਾਂ ਦੀ ਕਵਰੇਜ ਜਿਹੜੀ ਵੱਧ ਹੈਗੀ, ਕਿਉਂਕਿ ਐਮਐਸਪੀ 'ਚ ਬਹੁਤ ਜ਼ਿਆਦਾ ਕਵਰ ਆਪਸ਼ਨਸ ਹੈਗੀਆਂ, ਆਪਾਂ ਜਾਣਦੇ ਹਾਂ ਕੁਝ। ਉੱਦਾਂ ਹੀ ਜਿਹੜੇ ਸਟੂਡੈਂਟਸ ਆਉਂਦੇ ਨੇ, ਸਟੂਡੈਂਟਸ ਵਾਸਤੇ ਜਿਹੜੀ ਟਰੈਵਲ ਇੰਸ਼ੋਰੈਂਸ ਸਟੂਡੈਂਟਸ ਵਾਸਤੇ ਹੈਗੇ, ਜੇ ਐਜ਼ ਲੌਂਗ ਐਜ਼ ਆਪਦੇ ਪੜ੍ਹਨ ਵਾਸਤੇ ਨੇ, ਉਹਨਾਂ ਦੀ ਕਵਰੇਜ ਵੀ ਵੱਧ ਹੈ। ਅਤੇ ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀਆਂ ਬਾਕੀ ਆਪਸ਼ਨਸ ਨੇ, ਵਿਜ਼ਨ ਚੈੱਕ ਕਰਾਉਣਾ, ਇਹੋ ਜਿਹੀਆਂ ਚੀਜ਼ਾਂ ਦੂਜੀਆਂ ਟਰੈਵਲ ਇੰਸ਼ੋਰੈਂਸ ਨਹੀਂ ਹੈਗੀਆਂ, ਉਹ ਬਿਲਕੁਲ ਤੁਹਾਡੀਆਂ ਆਪਸ਼ਨਸ ਅਵੇਲੇਬਲ ਹੈਗੀਆਂ ਜੀ। ਜਿਹੜੇ ਸਟੂਡੈਂਟਸ ਆਉਂਦੇ ਨੇ, ਇਹਨਾਂ ਦੀ ਇੰਸ਼ੋਰੈਂਸ ਪਹਿਲਾਂ ਹੋਈ ਹੁੰਦੀ ਹੈ? ਕਈ ਸਟੂਡੈਂਟਸ ਜਾਂਦੇ ਨਹੀਂ ਡਾਕਟਰ ਕੋਲੋਂ, ਕਹਿੰਦੇ ਸਾਡੇ ਕੋਲ ਅਸੀਂ ਤਾਂ ਸਟੂਡੈਂਟ। ਦੇਖੋ ਜੀ, ਉਹਨਾਂ ਨੂੰ ਐਮਐਸਪੀ ਜੇ ਨਾਲ ਵਰਕ ਪਰਮਿਟ ਮਿਲ ਜਾਂਦਾ, ਐਮਐਸਪੀ ਉਹਨਾਂ ਨੂੰ ਆਪਸ਼ਨ ਹੁੰਦੀ ਹੈ, ਐਮਐਸਪੀ ਘਟਾ ਦਿੰਦੇ ਨੇ, ਕਿਉਂਕਿ ਹਰੇਕ ਬੰਦਾ ਬਜਟ ਬਾਰੇ ਦੇਦਾ, ਕਹਿੰਦਾ ਕਾਹਨੂੰ ਕਿਸ ਤਰੀਕ ਨਹੀਂ ਲੋੜ ਹੈਗੀ ਹੈ, ਰਹਿਣ ਦਿਓ। ਕਈ ਕੈਂਪਸ ਨੇ ਰੱਖਿਆ ਹੋਇਆ ਵੀ ਤੁਸੀਂ ਇਹ ਇੰਸ਼ੋਰੈਂਸ ਲੈਣੀ ਪੈਣੀ ਹੈ, ਉਹ ਲੈ ਕੇ ਉਸ ਤੋਂ ਬਾਅਦ ਨਹੀਂ ਕਰਾਉਂਦੇ, ਉਹ ਦੂਜੀ ਡਿਫਰੈਂਟ ਚੀਜ਼ ਹੈ। ਪਰ ਹਾਂ, ਇੱਕ ਵਾਰੀ ਕਰਾਉਣ ਵਾਸਤੇ ਇੰਸ਼ੋਰੈਂਸ ਕਰਾਉਣੀ ਪੈਂਦੀ। ਕਈ ਕੈਂਪਸ ਨੇ ਮੈਂਡੇਟਰੀ, ਜਾਂ ਉਹ ਕਹਿੰਦੇ ਵੀ ਤੁਸੀਂ ਬਾਹਰੋਂ ਲਈ ਹੋਈ ਹੈ ਤਾਂ ਸਾਨੂੰ ਕਾਪੀ ਭੇਜ ਦਿਓ। ਬਿਲਕੁਲ, ਜਿਹੜੀ ਕਈ ਬਾਹਰੋਂ ਤੁਸੀਂ ਲੈਂਦੇ ਹੋ ਹਾਲੇ ਵੀ ਸਸਤੀ ਪਊ, ਕਿਉਂਕਿ ਉਹਨਾਂ ਥਰੂ ਤੁਹਾਨੂੰ ਆਪਸ਼ਨਸ ਨਹੀਂ ਪਤਾ ਹੈਗੀਆਂ। ਜੇ ਤੁਸੀਂ ਬਾਹਰ ਆਪਸ਼ਨ ਪਤਾ ਕਰਦੇ ਹੋ, ਮੈਂ ਐਜ਼ ਅ ਸਟੂਡੈਂਟ ਆਇਆ ਹਾਂ, ਮੇਰੇ ਕੋਲ ਹੋਰ ਕਵਰੇਜ ਦੀ ਕੀ ਆਪਸ਼ਨਸ ਹੈਗੀ ਹੈ, ਬਿਲਕੁਲ ਆਪਾਂ ਕਵਰੇਜ ਕੰਪੇਅਰ ਕਰਕੇ, ਪ੍ਰਾਈਸ ਕੰਪੇਅਰ ਕਰਕੇ ਦੱਸ ਸਕਦੇ ਹਾਂ ਵੀ ਇਹ ਤੁਹਾਡੇ ਕੋਲ ਆਪਸ਼ਨ ਹੈ, ਤੁਸੀਂ ਆਪਦੇ ਕੈਂਪਸ ਨੂੰ ਕਵਰੇਜ ਭੇਜ ਸਕਦੇ ਹੋ। ਅਤੇ ਜਿਹੜੇ ਇਹ ਸਟੂਡੈਂਟਸ ਇੱਥੇ ਬਹੁਤ ਗਿਣਤੀ ਆਉਂਦੀ ਹੈ, ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਕਿ ਸਾਡੇ ਕੋਲ ਕਿੰਨੇ ਚਿਰ ਦੀ ਇੰਸ਼ੋਰੈਂਸ ਦੇ ਵਿੱਚ ਕੀ ਕਵਰ ਆ? ਇਹਨਾਂ ਦੇ ਕੋਈ ਡਾਕੂਮੈਂਟ ਤੋਂ ਪਤਾ ਲੱਗ ਸਕਦਾ? ਕਈ ਵਾਰੀ ਬਹੁਤ ਬਰੀਕੀ ਦੇ ਵਿੱਚ ਤੇ ਬਹੁਤ ਕੁਝ ਲਿਖਿਆ ਹੁੰਦਾ ਜੀ। ਬਿਲਕੁਲ ਜੀ, ਪਹਿਲੀ ਗੱਲ ਤਾਂ ਉਹ ਦੇਖਦੇ ਨਹੀਂ, ਕਿਉਂਕਿ ਦੇਖਣ ਦਾ ਸਮਾਂ ਹੀ ਨਹੀਂ ਹੈਗਾ। ਪੜ੍ਹਾਈ ਹੈ, ਪੜ੍ਹਾਈ ਤੋਂ ਬਾਅਦ ਕੰਮ ਕਰਨਾ, ਨਵੀਂ ਥਾਂ ਆਉਣੇ ਆਪਾਂ, ਸਾਰਾ ਕੁਝ ਆਪਣਾ ਰੁਝਾਨ ਡਿਫਰੈਂਟ ਪੇਜ। ਐਮਰਜੈਂਸੀ 'ਚ ਉਦੋਂ ਤਾਂ ਇਹ ਵੀ ਨਹੀਂ ਪਤਾ ਲੱਗਦਾ ਵੀ ਕਾਰਡ ਹੈਗਾ ਕਿ ਨਹੀਂ ਹੈਗਾ। ਬਿਲਕੁਲ ਕਵਰੇਜ ਨਾਲ ਕੋਈ ਵੀ ਪਾਲਿਸੀ ਲੈਂਦੇ, ਭਾਵੇਂ ਤੁਸੀਂ ਉੱਥੋਂ ਆਪਾਂ ਆਪਦੇ ਕੈਂਪਸ ਤੋਂ ਲੈਂਦੇ ਹੋ ਜਾਂ ਜੁਦਾ ਲੈਂਦੇ ਹੋ, ਉਹਨਾਂ ਦੀ ਬ੍ਰੇਕਡਾਊਨ ਦੱਸੀ ਹੁੰਦੀ ਉਹਨਾਂ ਨੇ। ਤੁਹਾਡੀ $1,00,000 ਦੀ ਕਵਰੇਜ ਹੈ, 2 ਲੱਖ ਦੀ ਹੈ, ਜਾਂ ਸਟੂਡੈਂਟ ਦੇ 2-2 ਮਿਲੀਅਨ ਤੱਕ ਕਵਰੇਜ ਹੋ ਜਾਂਦੀ ਹੈ ਸੇਮ ਪ੍ਰਾਈਸ ਦੇ ਵਿੱਚ ਹੀ, ਬਿਕਾਜ਼ ਉਹ ਐਮਐਸਪੀ ਦੇ ਹਿਸਾਬ ਨਾਲ ਕਵਰੇਜ ਜ਼ਿਆਦਾ ਹੁੰਦੀ ਉਹਦੇ ਵਿੱਚ। ਅਤੇ ਉਹ ਬਿਲਕੁਲ ਆਪਸ਼ਨਸ ਹੈਗੀ ਹੈ, ਅਤੇ ਉਹਦੇ ਵਿੱਚ ਸਾਰਾ ਬ੍ਰੇਕਡਾਊਨ ਹੁੰਦਾ, ਤੁਹਾਡੀ ਆਹ ਚੀਜ਼ਾਂ ਕਵਰੇਜ ਹੈਗੀ ਹੈ, ਆਹ ਚੀਜ਼ ਦੀ ਕਵਰ ਨਹੀਂ ਹੈਗੀ, ਆਹ ਚੀਜ਼ ਹੈਗੀ ਹੈ। ਬਹੁਤ ਸਾਰੇ ਜਿਹੜੇ ਇੱਥੇ ਵਿਜ਼ਟਰ ਆਉਂਦੇ ਆ, ਕਈ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਵੀ, ਆਏ ਸੀਗੇ, ਬਿਮਾਰ ਹੋ ਗਏ ਅਤੇ ਪੈਸੇ ਬਹੁਤ ਜ਼ਿਆਦਾ ਲੱਗ ਗਏ ਇੱਥੇ, ਜਿਹੜੇ ਕਿ ਦੇਣੇ ਵੀ ਸੰਭਵ ਨਹੀਂ ਹੈ। ਮੈਕਸੀਮਮ ਕਿੰਨੀ ਕੁ ਕਵਰੇਜ ਲੈ ਸਕਦਾ ਕੋਈ ਵਿਜ਼ਿਟਰ ਵੀ, ਜੇ ਕਿਸੇ ਨੂੰ ਲੱਗਦਾ ਵੀ ਪੈਸੇ ਮੈਂ ਖਰਚ ਸਕਦਾ ਪਰ ਮੈਂ ਸੇਫ ਰਹਿਣਾ ਚਾਹੁੰਦਾ, ਮੈਂ ਚੈਨ ਦੀ ਨੀਂਦ ਸੌਣਾ ਚਾਹੁੰਦਾ, ਵੀ ਕੱਲ੍ਹ ਨੂੰ ਕੁਛ ਹੋ ਜਾਵੇ ਤਾਂ ਮੇਰਾ ਬਹੁਤ ਕੁਝ ਕਵਰ ਹੋਵੇ, ਕਿੰਨੀ ਕੁ ਮਿਲ ਸਕਦੀ ਹੁੰਦੀ? $5,00,000 ਤਾਂ ਤੁਸੀਂ ਕਵਰੇਜ ਲੈ ਸਕਦੇ ਹੋ ਜੀ, $500,000 ਤੱਕ। ਬਿਲਕੁਲ ਜੀ। ਅਤੇ ਇਹ ਜਿਹੜਾ ਇਹਦੇ ਵਿੱਚ ਫਿਰ ਜੇ ਇੱਥੇ ਆ ਕੇ ਕੋਈ ਪ੍ਰੋਬਲਮ ਆ ਗਈ, ਮੰਨ ਲਓ ਇੱਥੇ ਆ ਗਏ, ਹਾਰਟ ਅਟੈਕ ਹੋ ਗਿਆ, ਰੱਬ ਨਾ ਕਰੇ, ਉਹਦੇ ਤੋਂ ਬਾਅਦ ਫਿਰ ਉਹੀ ਪ੍ਰੋਬਲਮ ਅਗਲੀ ਵਾਰੀ ਕਵਰ ਹੁੰਦੀ ਹੈ ਜਾਂ ਉਹਦੇ ਲਈ ਕੁਝ ਹੋਰ ਕਰਨਾ ਪੈਂਦਾ? ਹਾਂਜੀ ਬਿਲਕੁਲ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਜਿਹੜੀ ਉਹਨੂੰ ਕਹਿੰਦੇ ਆਪਾਂ ਫੋਲੋ ਅਪ, ਠੀਕ ਹੈ, ਹਰੇਕ ਕੰਪਨੀ ਦਾ ਡਿਫਰੈਂਟ ਹੈ। ਉਹ ਕੋਈ ਕਹਿੰਦੇ ਐਗਜ਼ਾਮਪਲ ਜੇ $1.5 ਲੱਖ ਦੀ ਕਵਰੇਜ ਸੀ, ਅਸੀਂ ਉਹਨੂੰ ਯੂਜ਼ ਕਰ ਲਿਆ $70,000। ਹਾਂਜੀ ਠੀਕ ਹੈ, ਆਮ ਆਪਾਂ ਸੋਚਦੇ ਹਾਂ 70,000 ਹੀ, ਉਸ ਤੋਂ ਬਾਅਦ 1.5 ਲੱਖ ਸੀਗਾ, 70,000 ਵਰਤ ਲਿਆ, ਉਸ ਤੋਂ ਬਾਅਦ ਬਾਕੀ ਰਹਿ ਗਿਆ, ਉਹ ਸਾਡੀ ਕਵਰੇਜ ਹੋ ਜਾਊਗੀ ਬਾਅਦ 'ਚ। ਕਈ ਕੰਪਨੀਆਂ ਨੇ ਉਹਦੇ ਕੈਪ ਲਾਤਾ ਜੀ। ਕਈ ਕਹਿੰਦੇ ਵੀ ਤੁਸੀਂ ਫੋਲੋ ਅਪ ਜਿਹੜੀ ਤੁਹਾਡੀ ਵਿਜ਼ਿਟ ਹੈਗੀ ਹੈ, ਅਸੀਂ ਸਿਰਫ 3500 ਕਵਰ ਕਰਾਂਗੇ ਜਾਂ 5000 ਕਵਰ ਕਰਾਂਗੇ, ਜਾਂ ਕਹਿੰਦੇ ਕਈ ਕੰਪਨੀਆਂ ਆਪਸ਼ਨ ਲਾਤੀ ਆ ਵੀ ਅਨਲਿਮਿਟਿਡ ਹੈ, ਤੁਸੀਂ ਜਿੰਨੇ ਵਾਰੀ ਮਰਜ਼ੀ ਜਾਓਗੇ, ਜਦ ਤੱਕ ਮੁੱਕ ਨਹੀਂ ਜਾਂਦੀ ਸੇਮ ਚੀਜ਼, ਸਾਨੂੰ ਕੋਈ ਇਸ਼ੂਜ਼ ਨਹੀਂ ਹੈਗਾ। ਇਹਦੇ 'ਚ ਵੀ ਕੈਪ ਹੈਗਾ, ਬਿਲਕੁਲ ਇਸੇ ਕਰਕੇ ਕਈ ਵਾਰੀ ਇੱਕ ਚੀਜ਼ ਹੋ ਗਈ, ਉਸ ਤੋਂ ਬਾਅਦ ਫਿਰ ਚੀਜ਼ ਉਹ ਦੁਬਾਰਾ, ਐਗਜ਼ਾਮਪਲ ਹਾਰਟ ਦਾ ਹੋਇਆ ਸੀਗਾ, ਦੁਬਾਰਾ ਫਿਰ ਉਹ ਹੋ ਗਿਆ, ਹੁਣ ਕਹਿੰਦੇ ਵੀ 70,000 ਦੁਬਾਰਾ ਕਵਰ ਹੋ ਜਾਊਗਾ। ਨਹੀਂ, ਉਹ ਬਿਲਕੁਲ ਨਹੀਂ ਹੋਣਾ, ਕਿਉਂਕਿ ਉਹ ਤੁਸੀਂ ਇੱਕ ਚੀਜ਼ ਮੁੱਕ ਗਈ, ਉਹੀ ਚੀਜ਼ ਦੁਬਾਰਾ ਹੋ ਗਈ। ਉਹਦੇ ਵਾਸਤੇ ਫੋਲੋ ਅਪ ਵਾਸਤੇ ਉਹਨੇ ਕੈਪ ਲਾਇਆ, ਅਤੇ ਉਸੇ ਵਾਸਤੇ ਬਿਲਕੁਲ ਜਦੋਂ ਤੁਸੀਂ ਇੰਸ਼ੋਰੈਂਸ ਖਰੀਦਣੀ ਹੈ, ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਵੀ ਉਹ ਆਪਸ਼ਨ ਤੁਸੀਂ ਕੰਪਨੀ ਚੂਜ਼ ਕਰੋ ਵੀ ਫੋਲੋ ਅਪ ਉਹਨੂੰ ਤੁਹਾਨੂੰ ਕੀ ਕਵਰੇਜ ਦੇ ਰਿਹਾ। ਵੀ ਇਹੀ ਇਕੱਲੀਆਂ ਆਪਾਂ ਪ੍ਰਾਈਸਾਂ ਨਾਲ ਦੇਖੀਏ, ਬਾਅਦ 'ਚ ਫਿਰ ਜਦੋਂ ਹੁਣ ਇਹੋ ਜਿਹਾ ਇਸ਼ੂ ਆ ਗਿਆ, ਹੁਣ ਇੱਕ ਚੀਜ਼ ਤਾਂ ਠੀਕ ਹੋਈ ਹੋਈ ਨਹੀਂ, ਪਰ ਉਹ ਕਹਿਣਗੇ ਵੀ ਤੁਹਾਡੀ ਕਵਰੇਜ ਦਾ ਹੋਰ 70,000 ਪਈ ਹੈ, ਪਰ ਅਸੀਂ ਤੁਹਾਨੂੰ ਤਾਂ ਸਿਰਫ 5,000 ਹੀ ਦੇਣਾ, ਕਿਉਂਕਿ ਇਹਦੀ ਕਵਰੇਜ ਹੀ 5,000 ਦੀ ਹੈਗੀ ਹੈ ਜੀ। ਇਹ ਮਤਲਬ ਜਿਹੜਾ ਬਾਕੀ ਪਏ ਆ, ਕਿਸੇ ਹੋਰ ਬਿਮਾਰੀ ਹੋਊਗੀ ਤਾਂ ਉਹਦੇ ਲਈ ਵਰਤੇ ਜਾ ਸਕਦੇ? ਬਿਲਕੁਲ ਜੀ, ਹਾਂਜੀ। ਤੇ ਇਹ ਸਾਰੀਆਂ ਗੱਲਾਂ ਪਹਿਲਾਂ ਜਿੱਥੋਂ ਇੰਸ਼ੋਰੈਂਸ ਲੈਂਦੇ ਉਹ ਦੱਸਦੇ ਆ, ਜਿਹਨਾਂ ਨੂੰ ਪੁੱਛਣੀਆਂ ਚਾਹੀਦੀਆਂ। ਮਤਲਬ ਇਹ ਤਾਂ ਇੱਕ ਗੱਲ ਆ, ਪਰ ਇੱਦਾਂ ਦੀਆਂ ਕਿੰਨੀਆਂ ਘੁੰਡੀਆਂ ਹੁੰਦੀਆਂ ਜਿਹੜੀਆਂ ਆਮ ਬੰਦੇ ਨੂੰ ਪਤਾ ਹੀ ਨਹੀਂ ਹੁੰਦੀਆਂ। ਇਹਦੇ ਲਈ ਕੀ ਕੀਤਾ ਜਾਵੇ ਕਿ ਬੈਸਟ ਪਤਾ ਲੱਗ ਸਕੇ ਉਹਨੂੰ? ਦੇਖੋ ਜੀ, ਪਹਿਲੀ ਗੱਲ ਤਾਂ ਜਦੋਂ ਵੀ ਤੁਸੀਂ ਕਿਸੇ ਨਾਲ ਡੀਲ ਕਰਦੇ ਹੋ, ਇਹ ਸਾਰਾ ਟਰਸਟ ਹੈ। ਟਰਸਟ ਦੇ ਨਾਲ ਹੀ ਜਿਹੜਾ ਹੁਣ ਸਾਨੂੰ 11 ਵਰ੍ਹੇ ਹੋ ਗਏ, ਇਹੀ ਅਸੀਂ ਚਾਹੁੰਦੇ ਵੀ ਕਲਾਇੰਟ ਦੀ ਜਿਹੜੀ ਕਵਰੇਜ ਹੈ ਉਹਨਾਂ ਦੇ ਹਿਸਾਬ ਨਾਲ ਮਿਲੀ, ਉਹਨਾਂ ਨੂੰ ਦੱਸੀ ਜਾਵੇ। ਜਦੋਂ ਕਲਾਇੰਟ ਐਜੂਕੇਟ ਹੋ ਗਿਆ, ਫਿਰ ਉਹ $10, $20, $25 ਪਿੱਛੇ ਇੱਧਰ ਉੱਧਰ ਨਹੀਂ ਦੇਖਣਗੇ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਗੱਲ ਤਾਂ ਵੀ ਕਵਰੇਜ ਸਹੀ ਚਾਹੀਦੀ ਹੈ। ਉਹਨਾਂ ਨੂੰ ਪਹਿਲਾਂ ਦੱਸਿਆ ਗਿਆ ਵੀ ਆਹ ਚੀਜ਼ਾਂ ਤੁਸੀਂ ਕਵਰ ਹੋਣਗੀਆਂ,
ਇਹ ਜੇ ਤੁਸੀਂ ਕੰਪੇਅਰ ਕਰਨਾ ਐਪਲ ਦੇ ਨਾਲ, ਐਪਲ ਜਿੱਥੇ ਮਰਜ਼ੀ ਫੋਨ ਕਰ ਲਓ, ਇੱਦਾਂ ਚੀਜ਼ ਸਸਤੀ ਕੈਨੇਡਾ 'ਚ ਨਹੀਂ ਮਿਲਣੀ। ਜੇ ਤੁਸੀਂ ਬਿਲਕੁਲ ਸਿੰਪਲ ਕਵਰੇਜ ਚਾਹੀਦੀ, ਉਹ ਵੀ ਆਪਸ਼ਨ ਉਹਦੀ ਪ੍ਰਾਈਸ ਇਹ ਹੈ। ਜੇ ਤੁਸੀਂ ਉਹਨਾਂ ਦੇ ਹਿਸਾਬ ਨਾਲ ਚਾਹੁੰਦੇ ਹੋ, ਕਸਟਮ ਬਿਲਡ ਕਵਰੇਜ ਚਾਹੁੰਦੇ ਮੇਰਾ ਸਾਰਾ ਕੁਝ ਹੀ ਕਵਰ ਹੋਵੇ, ਤੇ ਆਹ ਪ੍ਰਾਈਸ ਹੈ ਜੀ। ਉਹਦੇ 'ਚ ਕੋਈ ਦੋ ਰਾਏ ਨਹੀਂ ਹੋ ਗਈਆਂ, ਨਾ ਤਾਂ ਮੈਂ ਡਿਸਕਾਊਂਟ ਦੇ ਸਕਦਾ, ਨਾ ਕੋਈ ਉਹ ਕਰ ਸਕਦਾ, ਕਿਉਂਕਿ ਆਪਾਂ ਦੇਖ ਲੈਣ ਜਿਹੜੀ ਕੰਪਨੀਆਂ ਸਾਰੀਆਂ ਕੈਨੇਡਾ ਦੀਆਂ ਆਪਾਂ ਸਾਰੀਆਂ ਨਾਲ ਡੀਲ ਕਰਦੇ ਹਾਂ, ਜਿਹੜੀ ਸਾਡੇ ਵਾਸਤੇ ਢੁਕਵੀਂ ਹੈ ਲੋੜ ਦੇ ਮੁਤਾਬਕ ਆਪਾਂ ਉਸ ਚੀਜ਼ ਨੂੰ ਆਪਸ਼ਨ ਨੂੰ ਪਿਕ ਕਰ ਸਕਦੇ ਹਾਂ। ਜਿਹੜੇ ਬੰਦੇ ਵਿਜ਼ਿਟਰ ਆਉਂਦੇ ਆ ਉਹਨਾਂ ਨੂੰ ਇੰਸ਼ੋਰੈਂਸ ਉੱਥੋਂ ਲੈ ਲੈਣਾ ਚਾਹੀਦਾ ਜਾਂ ਇੱਥੋਂ ਲੈ ਲੈਣਾ ਚਾਹੀਦਾ? ਇੱਕੋ ਹੀ ਗੱਲ ਹੁੰਦੀ ਹੈ? ਕੰਪਨੀਆਂ ਹਰ ਥਾਂ ਦੀ ਹੁੰਦੀਆਂ ਜਾਂ ਕਈਆਂ ਦੇ ਮਨ 'ਚ ਹੁੰਦਾ ਵੀ ਕੈਨੇਡਾ ਜਾ ਕੇ ਇੰਸ਼ੋਰੈਂਸ ਲੈ ਲਓ ਕਿਉਂਕਿ ਹਸਪਤਾਲ ਉੱਥੇ ਜਾਣਾ ਪੈਣਾ? ਤੇ ਇੱਕ ਉਹਦੇ 'ਚ ਖਾਸ ਮੁੱਦਾ ਹੁੰਦਾ ਵੀ ਜੇ ਰੱਬ ਨਾ ਕਰੇ ਤੁਸੀਂ ਇੱਥੋਂ ਆ ਕੇ ਲੈਣਾ ਹੈ ਤਾਂ ਲੈਂਡ ਕਰਨ ਤੋਂ ਪਹਿਲਾਂ ਜਹਾਜ਼ 'ਚ ਉਨੀਕੀ ਹੋ ਗਈ, ਉਹਦਾ ਕੌਣ ਜ਼ਿੰਮੇਵਾਰ ਹੁੰਦਾ? ਹਾਂਜੀ, ਵਧੀਆ ਕੁਐਸਚਨ ਹੈ ਤੁਹਾਡਾ ਜੀ। ਜਿਹੜੀ ਇੱਥੋਂ ਵੀ ਕਵਰੇਜ ਲੈਂਦੇ ਹੋ, ਉਹ ਤੁਹਾਡੀ ਕਵਰੇਜ ਉਦੋਂ ਸ਼ੁਰੂ ਹੋ ਜਾਂਦੀ ਜਦੋਂ ਤੁਸੀਂ ਪਲੇਨ ਉੱਥੋਂ ਤੁਸੀਂ ਪਲੇਨ 'ਚ ਚੜ੍ਹ ਗਏ, ਠੀਕ ਹੈ ਜੀ। ਐਜ਼ ਲੌਂਗ ਐਜ਼ ਤੁਹਾਡਾ ਰਾਹ 'ਚ ਬ੍ਰੇਕ ਨਾ ਹੋਵੇ, ਜਿੱਦਾਂ 2 ਦਿਨਾਂ ਦਾ 3 ਦਿਨਾਂ ਤੁਸੀਂ ਛੁੱਟੀਆਂ ਨੇ ਮਨਾਉਣੀਆਂ, ਉਹ ਬਿਲਕੁਲ ਜੇ ਸਿੱਧਾ ਤੁਸੀਂ ਆ ਰਹੇ ਹੋ ਕੋਈ ਇਸ਼ੂ ਨਹੀਂ ਹੈਗਾ। ਲੇ ਓਵਰ ਛੋਟਾ ਹੈਗਾ 5-7 ਘੰਟੇ ਦਾ, ਕੋਈ ਇਸ਼ੂ ਨਹੀਂ, ਤੁਹਾਡੀ ਕਵਰੇਜ ਉੱਥੋਂ ਹੋ ਗਈ। ਉਹ ਇੱਥੋਂ ਵਾਲੀਆਂ ਕੰਪਨੀਆਂ ਵੀ ਕਵਰ ਕਰ ਦਿੰਦੀਆਂ। ਜੇ ਤੁਸੀਂ ਵਿਜ਼ਿਟਰ ਆਉਣਾ ਉੱਥੋਂ ਸਿਰਫ ਟਰੈਵਲ ਕਰਨ ਆ ਰਹੇ ਹੋ, ਬਿਲਕੁਲ ਤੁਹਾਨੂੰ ਉੱਥੋਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਫਿਜੀ ਕਿਤੋਂ ਵੀ ਆ ਰਹੇ ਨੇ, ਜਿਹੜਾ ਸ਼ੋਅ ਦੇਖ ਰਹੇ ਉੱਥੋਂ ਵੀ ਕਵਰੇਜ ਲੈ ਸਕਦੇ ਨੇ। ਜ਼ਰੂਰੀ ਨਹੀਂ ਚੀਜ਼ ਇੱਥੋਂ ਹੀ ਲੈਣੀ, ਇੱਥੇ ਕੰਮ ਕਰੂਗੀ। ਉੱਥੇ ਵਾਲੀਆਂ ਕੰਪਨੀਆਂ ਵੀ ਇੰਟਰਨੈਸ਼ਨਲ ਕੰਪਨੀਜ਼ ਹੈਗੀਆਂ, ਜਿੱਦਾਂ ਆਪਣੇ ਇੱਥੋਂ ਆਪਾਂ ਕਵਰੇਜ ਲੈ ਕੇ ਜਾਂਦੇ, ਅਮਰੀਕਾ ਜਾਂਦੇ ਹਾਂ, ਮੈਕਸੀਕੋ ਜਾਂਦੇ ਹਾਂ, ਉਹ ਸਾਰੇ ਥਾਂ ਕਵਰੇਜ ਕੰਮ ਕਰਦੀਆਂ। ਇਹ ਤਾਂ ਨਹੀਂ ਵੀ ਅਸੀਂ ਮੈਕਸੀਕੋ ਜਾ ਕੇ ਕਵਰੇਜ ਖਰੀਦਣੀ ਹੈ। ਸੇਮ ਚੀਜ਼ ਜਦੋਂ ਇੰਡੀਆ ਤੋਂ ਆ ਰਹੇ ਨੇ, ਉਹ ਇੰਡੀਆ ਤੋਂ ਵੀ ਕਵਰੇਜ ਲੈ ਸਕਦੇ ਨੇ। ਫਿਰ ਪ੍ਰਾਈਸ ਕੰਪੇਅਰ ਕਰ ਲੈਣਾ, ਕਿਉਂਕਿ ਪ੍ਰਾਈਸ ਜਦੋਂ ਕੰਪੇਅਰ ਕਰਨੀ ਉੱਥੇ ਉਹ US ਡਾਲਰ 'ਚ ਸਾਰੀ ਜਿਹੜੀ ਕਵਰੇਜ ਦੱਸਦੇ ਨੇ, ਇੱਥੇ ਕੈਨੇਡੀਅਨ ਡਾਲਰ 'ਚ। ਪਰ ਇਹ ਵੀ ਤੁਹਾਨੂੰ ਤੁਸੀਂ ਇਹ ਦੇਖ ਲੈਣਾ ਵੀ ਪ੍ਰਾਈਸ ਦੇ ਹਿਸਾਬ ਨਾਲ ਤੁਹਾਨੂੰ ਕਿਹੜੀ ਢੁਕਵੀਂ ਹੈਗੀ ਹੈ। ਉੱਥੋਂ ਵੀ ਲੈ ਸਕਦੇ ਹੋ, ਇੱਥੇ ਬਿਲਕੁਲ ਕੰਮ ਕਰੂਗੀ। ਇਹ ਨਹੀਂ ਵੀ ਥਿੰਕ ਇੰਸ਼ੋਰੈਂਸ ਕੋਲ ਆਉਣਾ ਵੀ ਉਹੀ ਚੀਜ਼ ਵਧੀਆ ਦਿੰਦੇ ਨੇ, ਇੱਥੇ ਹੀ ਵਧੀਆ ਆਪਦੇ ਤੁਸੀਂ ਉੱਥੋਂ ਵੀ ਕਵਰੇਜ ਲੈ ਸਕਦੇ ਹੋ ਜੀ, ਬਿਲਕੁਲ। ਜੇ ਪੈਸੇ ਬਚਦੇ ਨੇ ਤਾਂ ਵਾਈ ਨਾਟ। ਅੱਛਾ ਥਿੰਨ ਸਰ, ਤੁਹਾਡੇ ਨਾਲ ਕਿਸੇ ਨੇ ਗੱਲ ਕਰਨੀ ਹੋਵੇ, ਮੰਨ ਲਓ ਵੀ ਇੰਸ਼ੋਰੈਂਸ ਉਹਨਾਂ ਨੇ ਲੈਣੀ ਜਾਂ ਨਹੀਂ ਲੈਣੀ ਬਾਅਦ ਦੀ ਗੱਲ ਆ, ਪਰ ਕੋਈ ਮਸਲਾ ਆ, ਉਹਨਾਂ ਨੂੰ ਲੱਗਦਾ ਵੀ ਮੈਂ ਇਹਦੇ ਬਾਰੇ ਪਹਿਲਾਂ ਇਨਫੋਰਮੇਸ਼ਨ ਲੈ ਲਾ, ਹੋ ਸਕਦਾ ਮੈਂ ਇੰਸ਼ੋਰੈਂਸ ਨਾ ਲਵਾਂ, ਉਹਦੀ ਕੋਈ ਅਪਾਇੰਟਮੈਂਟ ਲੈਣੀ ਪੈਂਦੀ, ਉਹਦੇ ਲਈ ਕੋਈ ਫੀਸ ਆ ਤੁਹਾਡੀ ਜਾਂ ਉਹਦਾ ਕੀ ਹਿਸਾਬ ਕਿਤਾਬ ਹੁੰਦਾ? ਨਹੀਂ ਜੀ, ਦੇਖੋ ਜੀ, ਉਹਦੇ ਵਾਸਤੇ ਕੋਈ ਫੀਸ ਨਹੀਂ ਹੈਗੀ। ਕੁਛ ਜ਼ਿਆਦਾ ਕੰਮ 'ਚ ਇਸੇ ਕਰਕੇ ਪਏ ਆ, ਜਦੋਂ ਕੰਮ 'ਚ ਵੀ ਆਏ ਕਹਿੰਦੇ ਵੀ ਕਿਹੜੇ ਚੱਕਰਾਂ 'ਚ ਪੈ ਗਏ ਇੰਸ਼ੋਰੈਂਸ ਵਾਲੇ ਕੰਮ 'ਚ, ਕਹਿੰਦੇ ਬੰਦੇ ਦੇਖ ਕੇ ਭੱਜ ਜਾਂਦੇ ਇੰਸ਼ੋਰੈਂਸ ਵਾਲੇ। ਤਾਂ ਅਸੀਂ ਉਸ ਚੀਜ਼ ਨੂੰ ਚੇਂਜ ਕਰਤਾ ਜੀ, ਇਨਫੋਰਮੇਸ਼ਨ ਹੀ ਦਿਓ, ਇਨਫੋਰਮੇਸ਼ਨ ਜਿੰਨੀ ਹੈਗੀ ਆ, ਕਿਉਂਕਿ ਸਾਰਿਆਂ ਕੋਲ ਕਿਸੇ ਕੋਲ ਟਾਈਮ ਨਹੀਂ ਹੈਗਾ ਜੀ। ਖੜਾ ਕੇ ਤਾਂ ਸਤਿ ਸ੍ਰੀ ਅਕਾਲ ਬੁਲਾਉਣੀ ਪੈਂਦੀ ਆ ਵੀ ਹੁਣ ਇਹ ਆ ਵੀ ਅਗਲੇ ਨੂੰ ਇਹ ਦੱਸ ਦਿਓ ਵੀ ਆਹ ਚੀਜ਼ਾਂ ਨੇ, ਆਹ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ, ਇਹਦੀ ਕਵਰੇਜ ਇੱਦਾਂ ਆ। ਜਦੋਂ ਉਹਨਾਂ ਨੂੰ ਆਪ ਐਜੂਕੇਟ ਹੋ ਗਏ, ਫਿਰ ਉਦੋਂ ਬਾਅਦ ਫਿਰ ਉਹਨਾਂ ਨੂੰ ਕਿਤੇ ਆਸੇ-ਪਾਸੇ ਜਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਸਾਡਾ ਕੰਮ ਹੀ ਇਹ ਹੈ ਵੀ ਇਹ ਨਹੀਂ ਵੀ ਅਪਾਇੰਟਮੈਂਟ ਜਿਹੜੀ ਇਨਫੋਰਮੇਸ਼ਨ ਫੋਨ 'ਤੇ ਹੋ ਸਕਦੀ ਫੋਨ 'ਤੇ, ਅਪਾਇੰਟਮੈਂਟ ਮਿਲ ਕੇ ਕਰਨਾ ਮਿਲ ਕੇ ਵੀ। ਉਦੋਂ ਬਾਅਦ ਸਾਡਾ ਇਹ ਨਹੀਂ ਜੇ ਫੋਨ ਆ ਗਿਆ ਤਾਂ ਫੋਨ 'ਤੇ ਹੋਣੇ ਤਾਂ ਅਸੀਂ ਤੰਗ ਕਰੀ ਜਾਣਾ, ਉਹ ਵੀ ਸਾਡਾ ਇੱਕ ਮੈਂਡੇਟ ਆ। ਨਾ ਹੀ ਅਸੀਂ ਡਰਾਵਾਂ 'ਚ ਨਾ ਪਾਉਂਦੇ ਹਾਂ, ਨਾ ਹੀ ਫੋਨ 'ਤੇ ਫੋਨ ਕਰਕੇ ਤੰਗ ਕਰਦੇ ਹਾਂ। ਉਦੋਂ ਉਹਨਾਂ ਦੀ ਮਰਜ਼ੀ ਹੈ, ਜੀ ਸਦ ਕੇ ਸਾਡੇ ਨਾਲ ਖੁਸ਼ ਨੇ, ਸਾਡੇ ਤੋਂ ਆਪਸ਼ਨ ਲੈ ਲੈਣ, ਸਾਡੇ ਨਾਲ ਸਾਡੀਆਂ ਸਰਵਿਸ ਯੂਜ਼ ਕਰ ਲੈਣ, ਜਾਂ ਕਿਤੇ ਵੀ ਉਹਨਾਂ ਦਿਲ ਮੰਨਦਾ। ਕੋਈ ਇਹ ਨਹੀਂ ਹੈਗਾ ਵੀ ਸਾਡੇ ਤੋਂ ਕੁਐਸਚਨ ਪੁੱਛ ਕੇ ਕਿਤੇ ਹੋਰ ਕਰਾ ਲੈਣ। ਮੈਂ ਕਈ ਵਾਰੀ ਇਹ ਵੀ ਕਹਿ ਦੇਣਾ, ਕੋਈ ਚਲੋ ਤੁਹਾਡਾ ਰਿਸ਼ਤੇਦਾਰ ਕੰਮ ਕਰਦਾ, ਉਹ ਦੱਸ ਦਿੰਦੇ, ਗੱਲਾਂ ਪਤਾ ਲੱਗ ਜਾਂਦਾ, ਕਿਉਂਕਿ ਹੁਣ ਸਾਡਾ ਰੋਜ਼ ਦਾ ਕੰਮ ਹੈ। ਅਸੀਂ ਕਹਿੰਦੇ ਉੱਥੋਂ ਕਰਾ ਲਓ, ਪਰ ਆਹ ਚੀਜ਼ ਤੁਹਾਡੇ ਹਿਸਾਬ ਨਾਲ ਆਹ ਚੀਜ਼ ਹੈ ਜੇ ਉਸ ਕੰਪਨੀ ਨਾਲ ਡੀਲ ਕਰਦੇ ਨੇ, ਕਿਉਂਕਿ ਸਾਰੇ ਜਿਹੜੇ ਫੁੱਲ ਟਾਈਮ ਤੁਸੀਂ ਨਹੀਂ ਕੰਮ ਕਰਦੇ, ਸਾਰੀਆਂ ਕੰਪਨੀ ਸਾਨੂੰ ਕਾਂਟਰੈਕਟ ਨਹੀਂ ਦਿੰਦੀਆਂ। ਹੁਣ ਇਹ ਵੀ ਜਦੋਂ ਸਾਰੀਆਂ ਕੰਪਨੀਆਂ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਹੈਗੀ, ਫਿਰ ਤੁਸੀਂ ਕਲਾਇੰਟ ਨੂੰ ਕਿੱਦਾਂ ਕਹਿ ਸਕਦੇ ਮੇਰੇ ਕੋਲ ਸਾਰਾ ਕੁਝ ਹੈਗਾ। ਫਿਰ ਇਸ ਕਰਕੇ ਵੀ ਉਹਨਾਂ ਦਾ ਨਹੀਂ ਆਪਸ਼ਨ ਹੈਗੀ, ਫਿਰ ਅਸੀਂ ਹੈਲਪ ਕਰ ਦਿਆਂਗੇ, ਫਿਰ ਸਾਡੇ ਕੋਲ ਆਪਸ਼ਨ ਹੈਗੀ ਹੈ। ਜੇ ਤੁਹਾਡਾ ਜਿੱਥੇ ਮਨ ਮੰਨਦਾ ਤੁਸੀਂ ਉੱਥੋਂ ਵੀ ਕਰਾ ਸਕਦੇ ਹੋ। ਇਹ ਤਾਂ ਹੋ ਗਈ ਜਿਹੜੀ ਵੱਡੀ ਗੱਲਬਾਤ ਸੀਗੀ ਸਾਡੀ ਟਰੈਵਲ ਵਾਲਿਆਂ ਲਈ, ਜਿਹੜੇ ਟੂਰਿਸਟ ਆਉਣੇ ਜਾਂ ਸੁਪਰ ਵੀਜ਼ਾ 'ਤੇ ਆਉਣੇ ਆ। ਜਿਹੜੇ ਇੱਥੇ ਲੋਕ ਰਹਿੰਦੇ ਆ, ਪੱਕੇ ਆ, ਸਾਰਾ ਕੁਛ ਹੈਗਾ ਆ, MSP ਕਵਰ ਆ, ਸਰਕਾਰ ਸਾਰਾ ਹੌਸਪੀਟਲ ਦਾ ਖਰਚਾ ਕਰਦੀ, ਇਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਕਿਉਂ ਲੋੜ ਹੈ? ਦੇਖੋ ਜੀ, ਸਪੈਸ਼ਲੀ ਜਦੋਂ ਆਪਾਂ ਟਰੈਵਲ ਕਰਦੇ ਹਾਂ ਕਿਤੇ ਹੋਰ, ਆਪਾਂ US 'ਤੇ ਲਾ ਲਈਏ, ਚਲੋ ਹੁਣ ਖੁੱਲ੍ਹੇ ਜਾਣੇ ਬਾਰਡਰ, ਆਪਾਂ ਗੈਸ ਪਾਉਣ ਜਾਂਦੇ ਹਾਂ, ਦੁੱਧ ਲੈਣ ਜਾਂਦੇ ਹਾਂ, ਪਰਿਵਾਰ ਦਾ ਆਪਣਾ ਐਕਸੀਡੈਂਟ ਹੋ ਗਿਆ, ਉੱਥੇ ਹਸਪਤਾਲ ਰਹਿਣਾ ਪੈ ਗਿਆ, ਉੱਥੇ ਫਿਰ ਰਿਸਕ ਸਾਰੇ ਖਰਚਾ ਕੌਣ ਪੇ ਕਰੂਗਾ? ਠੀਕ ਹੈ, ਉਹ ਫਿਰ ਸਾਡੀਆਂ ਜ਼ਰੂਰਤਾਂ ਉਸ ਕਰਕੇ ਸਾਨੂੰ ਟਰੈਵਲ ਕਰ ਰਹੇ ਹਾਂ ਅਸੀਂ, ਭਾਵੇਂ 1 ਦਿਨ ਵਾਸਤੇ ਗਏ ਹਾਂ, ਭਾਵੇਂ ਘੰਟਿਆਂ ਵਾਸਤੇ ਗਏ ਹਾਂ, ਉਦੋਂ ਸਾਨੂੰ ਉਹ ਚੀਜ਼ਾਂ ਦੀਆਂ ਜ਼ਰੂਰਤਾਂ ਹੈਗੀਆਂ ਨੇ। ਸਾਨੂੰ ਆਪਦੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਲੈ ਕੇ ਰੱਖਣੀ ਚਾਹੀਦੀ ਹੈ। ਹੁਣ ਤਾਂ ਤੁਸੀਂ ਆਪਦੇ ਪਰਿਵਾਰ ਦੀ ਸਾਰੇ ਸਾਲ ਦੀ ਕਵਰੇਜ ਵੀ ਲੈ ਸਕਦੇ ਹੋ। ਸਾਲ ਦੀ ਕਵਰੇਜ ਹੈ ਵੀ ਜੇ ਤੁਸੀਂ ਐਗਜ਼ਾਮਪਲ ਹੁਣ ਆਪਾਂ ਟਰੱਕਰ ਵੀਰਾਂ ਦੀ ਗੱਲ ਕਰਦੇ, ਜਿਹੜੇ ਰੋਜ਼ ਜਾਂਦੇ ਡੇਲੀ ਅਪ ਡਾਊਨ ਕਰਦੇ, ਉਹ ਸਾਲ ਦੀ ਕਵਰੇਜ 4 ਦਿਨਾਂ ਦਾ ਮਿਨੀਮਮ ਟ੍ਰਿਪ ਹੈ, $40 ਪੂਰੇ ਸਾਲ ਦੀ ਕਵਰੇਜ ਆ ਜਾਂਦੀ। ਜੇ ਹੁਣ ਨਾਲ 10 ਦਿਨ ਦਾ ਟ੍ਰਿਪ ਆ, ਉਹ ਜਦੋਂ ਟਾਈਮ ਵੱਧ ਗਿਆ, ਉਹ ਕਿਸ਼ਤ ਮਿਲਣਾ $70 ਹੋਣੀ ਹੈ, ਸਾਰੇ ਸਾਲ ਦੀ $70 ਦੀ ਕਵਰ ਕਿਸ਼ਤ ਆ, ਵੀ ਸਾਰਾ ਸਾਲ ਹੀ ਕਵਰ ਨੇ US ਜਿੰਨੀ ਵਾਰੀ ਮਰਜ਼ੀ ਆਉਂਦੇ ਜਾਂਦੇ ਨੇ। ਇੱਦਾਂ ਹੀ ਅਸੀਂ ਆਪਦੀ ਪਰਿਵਾਰ ਦੇ ਵੀ ਡਿਪੈਂਡ ਕਰਦਾ ਏਜ ਕਿੰਨੀ ਹੈ ਜੀ,
ਏਜ ਦੇ ਹਿਸਾਬ ਨਾਲ ਸਾਰੇ ਪਰਿਵਾਰ ਦੀ $70 ਦੀ $100 ਦੀ ਜਿੰਨੇ ਵਾਰੀ ਮਰਜ਼ੀ ਅਸੀਂ ਸਾਲ 'ਚ US ਜਾਂਦੇ ਹਾਂ ਸਾਡੇ ਕਵਰੇਜ ਹੈਗੀ ਹੈ। ਹੁਣ ਸਾਨੂੰ ਕਿੰਤੂ ਪਰੰਤੂ ਲੋੜ ਨਹੀਂ ਹੈਗੀ। ਹੁਣ ਜੇ ਆਪਾਂ ਐਗਜ਼ਾਮਪਲ ਟਰੈਵਲ ਕਰਨ ਗਏ ਹਾਂ, ਮੈਕਸੀਕੋ ਗਏ ਹਾਂ, ਸਾਨੂੰ ਪਤਾ ਵੀ ਸਾਡਾ ਟ੍ਰਿਪ 4 ਦਿਨਾਂ ਦਾ ਉਹ ਕਵਰੇਜ ਸਾਨੂੰ ਹੈਗੀ ਹੈ। ਉੱਥੇ ਜਾ ਕੇ ਕੋਈ ਐਮਰਜੈਂਸੀ ਹੋ ਜਾਵੇ, ਇਹ ਨਾ ਹੋਵੇ ਆਪਾਂ ਹੁਣ ਇਕੱਲਾ ਇਹ ਨਾ ਦੇਖੀਏ ਵੀ ਸਾਨੂੰ ਅਸੀਂ $1000 ਲਾਇਆ ਸੀਗਾ ਇਸ ਟ੍ਰਿਪ ਦਾ, ਸਾਡਾ ਇੰਨੇ ਉੱਥੇ ਇੰਨਾ ਚਿਰ ਅਸੀਂ 1 ਵੀਕ ਰਹਿਣਾ, ਪਰ ਨਾਲ $100 ਜ਼ਰੂਰ ਐਡ ਕਰ ਲਈਏ ਆਪਣੀ ਟਰੈਵਲ ਇੰਸ਼ੋਰੈਂਸ ਦਾ। ਜੇ ਇਨ ਕੇਸ ਉੱਥੇ ਅਸੀਂ ਸਾਨੂੰ ਹਸਪਤਾਲ ਜਾਣਾ ਪੈ ਗਿਆ, ਹੁਣ ਉੱਥੇ ਤਾਂ ਕੀ ਪਤਾ ਕਿੰਨਾ ਬਿੱਲ ਲੈ ਲੈਣਾ, ਨਾਲੇ ਆਪਾਂ ਇੰਨਾ ਕੈਸ਼ ਨਹੀਂ ਚੱਕੀ ਫਿਰਦੇ। ਫਿਰ ਉਦੋਂ ਫਿਰ ਔਖਾ ਹੁੰਦਾ ਵੀ ਤੁਹਾਡੇ ਕੋਲ ਜੇ ਕੋਈ ਆਪਾਂ ਸਲਿੱਪ ਫਾਲ ਹੋ ਗਿਆ, ਬਾਂਹ ਟੁੱਟ ਗਈ, ਕੁਛ ਵੀ ਐਨੀਥਿੰਗ ਐਮਰਜੈਂਸੀ ਸਿਚੁਏਸ਼ਨ ਹੋ ਗਈ, ਤੁਹਾਨੂੰ ਇਹ ਵੀ ਪਤਾ ਵੀ ਤੁਹਾਡੀਆਂ ਟਿਕਟਾਂ ਵੀ ਮਿਸ ਹੋ ਗਈਆਂ, ਸਾਰਾ ਕੁਝ ਉਹ ਸਾਰਾ ਤੁਸੀਂ ਆਪਦੀ ਇੰਸ਼ੋਰੈਂਸ 'ਚ ਕਵਰ ਕਰ ਸਕਦੇ ਹੋ। ਤੇ ਸਰ ਇੱਕ ਜਿਹੜੀ ਆਖਰੀ ਗੱਲਬਾਤ ਅਸੀਂ RESP ਬਾਰੇ ਕਰਨੀ ਹੈ। ਜਦੋਂ ਛੋਟੇ ਬੱਚਿਆਂ ਦੇ ਲਈ ਇੱਕ ਜਿਹੜਾ ਐਜੂਕੇਸ਼ਨ ਹੁੰਦਾ ਉਹਦਾ ਥੋੜ੍ਹਾ ਜਿਹਾ ਦੱਸੋ ਜੀ। ਉਹਦੇ ਬਾਰੇ ਕੋਈ ਤਾਂ ਕਹਿੰਦੇ ਆ ਵੀ ਨਹੀਂ ਇਹ $200 ਜਿਹੜਾ ਤੁਹਾਨੂੰ ਦੇਣਾ ਚਾਹੀਦਾ, $500 ਦੇਣਾ ਚਾਹੀਦਾ, ਕੋਈ ਕਹਿੰਦੇ ਨਹੀਂ 100 ਦੇਣਾ ਚਾਹੀਦਾ, ਕੋਈ ਕਹਿੰਦੇ ਵੀ ਇਹ ਗ੍ਰਾਂਟ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਫਿਰ ਸਰਕਾਰ ਵੀ ਉਹਨੇ ਪੈਸੇ ਦਿੰਦੀ ਹੈ ਤੇ ਕਾਫੀ ਹੋ ਜਾਂਦੇ ਆ, ਕੋਈ ਕਹਿੰਦਾ ਜੀ ਉਹ ਮਿਲਦੀ ਤਾਂ ਹੈ ਨਹੀਂ ਗੀ, ਇਹ ਰੌਲਾ ਰੱਪਾ ਹੀ ਆ, ਜਿੰਨੇ ਕੁ ਦੇਣੇ ਤੁਸੀਂ ਉਹਨੇ ਤੁਹਾਨੂੰ ਆ ਜਾਂਦੇ। ਵਿਚਲੀ ਗੱਲ ਕੀ ਹੈ ਜੀ? ਦੇਖੋ ਜੀ ਵਿਚਲੀ ਗੱਲ ਹੈ, ਤੁਸੀਂ ਜਿੰਨੀਆਂ ਵੀ ਗ੍ਰਾਂਟਸ ਨੇ ਇਹ ਗੌਰਮੈਂਟ ਦਾ ਪ੍ਰੋਗਰਾਮ ਹੈ। ਇਹ ਨਹੀਂ ਵੀ ਤੁਸੀਂ ਥਿੰਕ ਇੰਸ਼ੋਰੈਂਸ ਕੋ ਆਏ ਆ ਵੀ ਉਹ ਵਧੀਆ ਗ੍ਰਾਂਟ ਵਧੀਆ ਲੈ ਕੇ ਦੇਣਗੇ, ਜੇ ਮੈਂ ਹੀ ਵਧੀਆ ਗ੍ਰਾਂਟ ਲੈ ਕੇ ਦਊਂਗਾ, ਨੋ। ਠੀਕ ਹੈ, ਉਹ ਤਾਂ ਵੀ ਜਿੰਨੇ ਪੈਸੇ ਅਸੀਂ ਪਾਵਾਂਗੇ ਮੈਕਸੀਮਮ ਅਸੀਂ $50,000 ਤੱਕ ਪਾ ਸਕਦੇ ਹਾਂ। ਠੀਕ ਹੈ, $7200 ਦੀ ਗ੍ਰਾਂਟ ਆ ਇੱਕ ਮਿਲਣੀ ਹੈ ਜੀ, $1200 ਦੀ BC ਗਵਰਨਮੈਂਟ ਦੀ ਗ੍ਰਾਂਟ ਆ, ਉਸ ਤੋਂ ਬਾਅਦ ਸਾਡੀ ਇਨਕਮ ਦੇ ਹਿਸਾਬ ਨਾਲ ਹੈ ਉਹ ਜਿੰਨੀਆਂ ਵੀ ਗ੍ਰਾਂਟਸ ਨੇ ਤਾਂ ਮਿਲਣੀਆਂ ਜੇ ਨਿਆਣਾ ਪੜ੍ਹਦਾ ਤਾਂ। ਕਿੰਨੇ ਸਾਲ ਤੋਂ ਬਾਅਦ ਜੀ? ਜਦੋਂ ਨਿਆਣਾ 17 ਸਾਲਾਂ ਦਾ ਹੋ ਗਿਆ ਜੀ, ਉਸ ਤੋਂ ਬਾਅਦ ਨੂੰ ਸਟੈਪ ਦੇ ਸਟੈਪ ਆਪਦੇ ਫਰਦਰ ਸਟੱਡੀ ਜਾਂਦੇ, ਸਾਲ ਦੀ, 2 ਸਾਲ ਦੀ, 3 ਸਾਲਾਂ ਦੀ, ਉਸ ਹਿਸਾਬ ਨਾਲ ਸਟੈਪ ਦੇ ਸਟੈਪ ਜਿਹੜੀ ਗ੍ਰਾਂਟ ਦੀ ਮਨੀ ਆ ਮਿਲੀ ਜਾਣੀ। ਇਹ ਨਹੀਂ ਵੀ ਪਹਿਲੇ ਦਿਨ ਹੀ ਲਿਆ ਕੇ ਉਹਨਾਂ ਨੇ ਪੈਸੇ ਰੱਖਤੇ, ਲਾਓ ਜੀ ਤੁਸੀਂ ਆਪਦਾ ਮਨ ਮਰਜ਼ੀਆਂ ਕਰੋ, ਇੱਦਾਂ ਨਹੀਂ ਹੈਗਾ। ਜਿਹੜੇ ਆਪਦੇ ਪੈਸੇ ਅਸੀਂ ਦਿੱਤੇ ਹੋਏ ਨੇ, ਜਿਹੜੇ ਆਪਦੇ ਪੈਸੇ ਦਿੱਤੇ ਨੇ, ਜਿੰਨੇ ਟੈਕਸ ਫਰੀ ਗਰੋ ਹੋ ਗਏ, ਉਹ ਸਾਡੇ ਮਨੀ ਹੈਗੀ ਆ ਜੀ। ਜਿਹੜੀ ਗ੍ਰਾਂਟ ਦੀ ਮਨੀ ਆ, ਭਾਵੇਂ ਆਪਾਂ ਬੈਂਕ ਤੋਂ ਲੈਂਦੇ ਹਾਂ, ਕਿਸੇ ਐਡਵਾਈਜ਼ਰ ਤੋਂ ਲੈਂਦੇ, ਕਿਤੋਂ ਵੀ ਲੈਂਦੇ ਹਾਂ, ਉਹ ਸਾਰੇ ਡਿਸਟਰੀਬਿਊਸ਼ਨ ਉਸ ਹਿਸਾਬ ਨਾਲ ਹੀ ਹੋਣੇ ਨੇ। ਇਹ ਨਹੀਂ ਹੈਗਾ ਵੀ ਇੱਕ ਚੀਜ਼ ਮਾੜੀ ਹੈ, ਜਿੱਥੋਂ ਮਰਜ਼ੀ ਸਭ ਕੁਛ ਐਗਜ਼ੈਕਟਲੀ ਸੇਮ ਹੈ। ਹਾਂ, ਤੁਸੀਂ ਆਹ ਦੇਖਣਾ ਜਦੋਂ ਤੁਸੀਂ ਪਾਲਿਸੀ ਲੈਣੀ ਹੈ, ਉਹਨਾਂ ਤੋਂ ਲੈਣੇ ਵੀ ਉਹ ਤੁਹਾਡੇ 'ਤੇ ਖਰਚੇ ਕੀ ਪਾ ਰਹੇ ਨੇ ਜੀ ਉਹ। ਠੀਕ ਹੈ, ਜਦੋਂ ਆਪਾਂ ਹੁਣ ਬੈਂਕ ਕੋਲੇ ਗਏ, ਬੈਂਕ ਤੁਹਾਡੀ ਮਨੀ ਮੈਨੇਜ ਕਰਦਾ, ਕਿਤੇ ਵੀ ਆਪਾਂ ਮਨੀ ਮੈਨੇਜ ਕਰਾਉਂਦੇ, ਭਾਵੇਂ RRSP ਹੈ, ਭਾਵੇਂ TFSA ਆ, ਮਨੀ ਮੈਨੇਜ ਕਰਨ ਦੇ ਪੈਸੇ ਲੈਂਦੇ ਨੇ। ਹੁਣ ਤੁਹਾਨੂੰ ਇਹ ਦੇਖਣਾ ਵੀ ਤੁਹਾਡੇ ਉਹਦੇ ਖਰਚੇ ਕਿੰਨੇ ਹੈਗੇ ਨੇ, ਖਰਚੇ ਕਿੰਨੇ ਪਾ ਰਹੇ ਨੇ। ਹੁਣ ਜੇ ਤੁਸੀਂ 2% ਦਾ ਗਰੋ ਹੋ ਰਿਹਾ, 2% ਤੁਹਾਨੂੰ ਖਰਚੇ ਪੈ ਰਹੇ, ਤੁਸੀਂ ਤਾਂ ਜਿਹੜੇ ਆਪਦੇ ਦਿੱਤੇ ਨੇ ਤੁਹਾਨੂੰ ਉਹੀ ਮਿਲਣੇ। ਹੁਣ ਹਾਂ, ਸੁਣਨ ਨੂੰ ਬਹੁਤ ਮਿਲਦਾ ਜਿਨ੍ਹਾਂ ਨੇ ਲਈਆਂ ਹੋਈਆਂ ਸੀ ਪਹਿਲਾਂ ਪਾਲਿਸੀ, ਕਿਉਂਕਿ ਖਰਚੇ ਜ਼ਿਆਦਾ ਸੀਗੇ, ਜਿੰਨੇ ਦਿੱਤੇ ਸੀਗੇ ਉਹਨਾਂ ਨੂੰ ਉਨੇ ਹੀ ਮਿਲੇ, ਨਿਆਣਾ ਨਹੀਂ ਪੜ੍ਹਿਆ ਅਤੇ ਹੁਣ ਉਹ ਵੀ ਕਹਿੰਦੇ ਵੀ ਹੁਣ ਅੰਗੂਰ ਖੱਟੇ ਨੇ। ਵੀ ਗੱਲ ਹੈ ਵੀ ਸਾਰਿਆਂ ਨੂੰ ਨਹੀਂ ਸਾਰੀਆਂ ਮਿਲਦੀਆਂ, ਜਾਂ ਜਿਹੜੇ ਬੱਚੇ ਪੜ੍ਹ ਗਏ, ਕਈ ਵਾਰੀ ਇਹ ਪੂਲ 'ਚ ਵੀ ਮਨੀ ਹੁੰਦੀ, ਜਦੋਂ ਉਸ 'ਚ ਜ਼ਿਆਦਾ ਬੱਚੇ ਨਿਕਲ ਜਾਂਦੇ, ਪੂਲ ਵੱਧ ਜਾਂਦਾ, ਉਹ ਵੀ ਆਪਸ਼ਨਸ ਹੈਗੀਆਂ। ਪਰ ਇਟਸ ਸੋ ਮੈਨੀ ਮੂਵਿੰਗ ਪਾਰਟ। ਇਹ ਨਹੀਂ ਹੈਗਾ ਵੀ ਆਪਦੇ ਪੈਸੇ ਤਾਂ ਮਿਲਣੇ, ਉਹ ਤਾਂ ਗਰੰਟੀ ਹੈਗੀ ਜੀ। ਉਹ ਤੁਸੀਂ ਘੱਟ ਦੇ ਦਿਓ, ਵੱਧ ਦੇ ਦਿਓ। ਬਿਲਕੁਲ, ਜਿਹੜੇ ਹੈ ਵੀ 14 ਸਾਲਾਂ ਤੱਕ ਆਪਾਂ ਨੂੰ ਗ੍ਰਾਂਟ ਜਿਹੜੀ ਮਿਲਣੀ ਉਹ ਮਿਲਣੀ ਹੈ। ਮੈਕਸੀਮਮ ਮੈਂ ਜਿੱਦਾਂ ਕਿਹਾ $7200 ਹੈਗਾ, ਜਿੰਨੇ ਪਾਵਾਂਗੇ। ਅਸੀਂ ਹੁਣ ਲੇਟ ਸ਼ੁਰੂ ਕੀਤਾ ਆ, ਠੀਕ ਹੈ, ਉਹਨੂੰ ਅਸੀਂ ਕੈਚਅਪ ਕਰ ਸਕਦੇ ਹਾਂ, ਸਾਲ ਦੇ ਅਸੀਂ ਵੱਧ ਪਾ ਸਕਦੇ ਹਾਂ। ਠੀਕ ਹੈ, ਹੁਣ ਉਹ ਸਾਨੂੰ ਪਤਾ ਵੀ ਸਾਡੇ ਕੋਲ ਹੁਣ ਸਾਲ ਹੀ 5 ਰਹਿ ਗਏ। ਇੱਕ ਸੀ 14 ਸਾਲ ਸੀਗੇ, ਅਸੀਂ ਬੱਚਾ 0 ਏਜ ਦਾ ਸ਼ੁਰੂ ਕਰਤਾ ਸੀ, ਅਸੀਂ ਹੁਣ 10 ਸਾਲਾਂ ਸ਼ੁਰੂ ਕੀਤਾ, ਸਾਡੇ ਕੋਲ 4 ਸਾਲ ਹੀ ਰਹਿ ਗਏ। ਹਾਂ, ਇਹਦਾ ਮਤਲਬ ਪੈਸੇ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ 17 ਸਾਲ, ਪਰ 14 ਸਾਲਾਂ ਤੱਕ ਹੀ ਗ੍ਰਾਂਟ ਮਿਲਣੀ ਹੈ, ਉਸ ਤੋਂ ਬਾਅਦ ਗ੍ਰਾਂਟ ਨਹੀਂ ਮਿਲਣੀ ਹੈਗੀ। ਉਹਨੇ ਜਿੰਨੇ ਚਿਰ ਅਸੀਂ ਆਪਦੀ ਮਨੀ ਪਾਵਾਂਗੇ ਉਹੀ ਸੇਵ ਹੋਣੀ ਹੈ, ਉਹੀ ਗਰੋ ਹੋਣੀ ਹੈ। ਬਾਕੀ ਜਿਹੜੀ ਗ੍ਰਾਂਟ ਜਿਹੜੀ ਮਿਲਣੀ ਉਹ ਮੈਕਸੀਮਮ ਹੈ, ਉਸ ਹਿਸਾਬ ਨਾਲ ਮਿਲੂਗੀ। ਹਾਂਜੀ, ਜਿਹੜੀ ਤੁਹਾਡੀ ਮਨੀ ਗਰੋ ਹੁੰਦੀ ਹੈ ਕਿੰਨੀ ਕੁ ਹੁੰਦੀ ਹੈ, ਇਹਦਾ ਕਿੰਨਾ ਕੁ ਫਰਕ ਹੁੰਦਾ, ਜਾਂ ਇਹਦਾ ਚੱਕਰ ਕੀ ਹੁੰਦਾ ਜੀ? ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਘੱਟ ਤੋਂ ਘੱਟ ਆਪਾਂ ਸੇਫ ਲੈ ਕੇ ਚੱਲਦੇ ਹਾਂ, 2% ਹੀ ਲਾਉਣਾ ਜੀ ਮੈਂ ਤਾਂ। ਠੀਕ ਹੈ, ਹੁਣ ਮਾਰਕੀਟ 'ਚ ਆਪਾਂ ਦੇਖੀਏ ਵੀ, ਕਿਉਂਕਿ ਮਾਰਕੀਟ ਆਪਾਂ ਬਾਹਲੇ ਰਿਸਕੀ 'ਚ ਵੀ ਨਹੀਂ RESP ਲਾ ਸਕਦੇ, ਕਿਉਂਕਿ ਸਾਨੂੰ ਪਤਾ ਵੀ ਇਹ ਚੀਜ਼ ਦੀ ਲੋੜ ਹੈਗੀ, ਇਹ ਪੈਣੀ ਹੈ। ਹੋਰ 7 ਸਾਲਾਂ ਨੂੰ 8 ਸਾਲਾਂ ਨੂੰ ਬੱਚਿਆਂ ਨੂੰ ਪੈਸੇ ਚਾਹੀਦੇ ਨੇ। ਇਹ ਨਾ ਹੋਵੇ ਆਪਾਂ ਇਹੋ ਜਿਹੀ ਸਾਰੀ ਰਿਸਕੀ ਲਾ ਦਈਏ, ਰਿਸਕ ਦੇ ਹਿਸਾਬ ਨਾਲ ਜਿਹੜੇ ਲਾਏ ਹੋਏ ਨੇ ਉਧਰ ਮਾਰਕੀਟ ਕਰੈਸ਼ ਹੋ ਜਾਵੇ, ਉਧਰ ਬੱਚਿਆਂ ਨੂੰ ਲੋੜ ਹੋਵੇ ਪੜ੍ਹਾਈ ਵਾਸਤੇ। ਉਹ ਹੈ ਵੀ ਜੇ ਜਿੰਨਾ ਵੱਧ ਰਿਸਕ ਲਵਾਂਗੇ ਉਨਾ ਪ੍ਰੋਫਿਟ ਤਾਂ ਵੱਧ ਹੋ ਸਕਦਾ, ਪਰ ਦੂਜੇ ਲੋੜ ਉਹ ਵੀ ਗੱਲ ਹੈ ਵੀ ਇਹ ਨਾ ਜਦੋਂ ਚੀਜ਼ ਦੀ ਲੋੜ ਹੋਵੇ ਉਹ ਸਾਡੇ ਕੋਲ ਹੋਣੀ ਨਾ। ਇਹ ਵੀ ਗਰੰਟੀ ਨਹੀਂ ਹੈਗੀ ਜੀ। ਕਈ ਵਾਰੀ ਆਪਾਂ ਮਨੀ ਆਪਦੀ ਪਾਈ ਐਕਸਪੋਜ਼ਰ 'ਚ ਪਾ ਦਿੰਦੇ ਹਾਂ, ਮਨੀ ਵੱਧ ਗਰੋ ਹੋਊਗੀ, ਉਹ ਆਪਸ਼ਨਸ ਵੀ ਆ, ਪਰ ਉਹਦਾ ਨੁਕਸਾਨ ਇਹ ਵੀ ਹੈ ਜੀ, ਕੋਈ ਜਿੱਦਾਂ ਆਪਾਂ ਮਨੀ ਉਹਨਾਂ ਨੇ ਪਾਤਾ ਵੀ ਪਤਾ ਵੀ ਇੰਨੇ, ਹੁਣ ਉਹ ਮਨੀ 10% ਡਰੋਪ ਵੀ ਹੋ ਸਕਦਾ ਜੀ। ਜਿਹੜਾ ਮਾਪਾ ਕਰ ਰਿਹਾ ਉਹਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ,
ਕਿ ਇਹਨੂੰ ਕਿਹਦੇ 'ਚ ਪਾਇਆ ਤੇ ਉਹ ਕਿੰਨੀ ਗਰੋ ਹੋ ਰਹੀ ਆ। ਉਹਦੇ ਕੋਲੇ ਤਾਂ ਇੱਕ ਪੇਮੈਂਟ ਉਹਨੇ ਮਹੀਨੇ ਦੀ ਦੇਣੀ ਸ਼ੁਰੂ ਕਰ ਦਿੱਤੀ, ਉਹਨੂੰ ਆਈ ਜਾਂਦੀ। ਉਹਨੂੰ ਕਦੋਂ ਪਤਾ ਲੱਗਦਾ ਫਿਰ ਜਾ ਕੇ ਵੀ ਜਾਂ ਉਹ ਕਿੱਥੋਂ ਚੈੱਕ ਕਰ ਸਕਦਾ, ਇਹਦਾ ਕੀ ਹਿਸਾਬ ਹੁੰਦਾ ਜੀ? ਹਾਂਜੀ ਬਿਲਕੁਲ, ਦੇਖੋ ਜੀ ਸਟੇਟਮੈਂਟ ਆਉਂਦੀ ਹੈ ਜੀ, ਸਟੇਟਮੈਂਟ ਸਾਨੂੰ ਪਤਾ ਲੱਗਦਾ ਰਹਿੰਦਾ ਵਾਕਈ ਸਾਡਾ ਅਕਾਊਂਟ ਖੁੱਲ੍ਹਿਆ ਹੋਇਆ ਹੈ, ਸਾਡੇ ਅਕਾਊਂਟ 'ਚ ਇੰਨੇ ਪੈਸੇ, ਬੱਚੇ ਦੇ ਅਕਾਊਂਟ 'ਚ ਇੰਨੇ ਆ ਗਏ, ਇੰਨੀ ਗ੍ਰਾਂਟ ਮਿਲ ਗਈ, ਉਹ ਬ੍ਰੇਕਡਾਊਨ ਸਾਰੀ ਉਸ 'ਚ ਹੁੰਦੀ ਹੈ ਜੀ, ਲਿਖੀ ਹੋਈ ਹੁੰਦੀ ਹੈ। ਅੱਛਾ ਜੀ। ਹੁਣ ਇਹ ਨਹੀਂ ਵੀ ਹੈਗਾ ਵੀ ਸਾਰਾ ਕੁਝ ਹਵਾ 'ਚ ਹੀ ਹੈ। ਬਿਲਕੁਲ ਜਿਹੜੀਆਂ ਆਪਸ਼ਨ ਚੂਜ਼ ਕੀਤੀਆਂ, ਜਿਹੜੀਆਂ ਅਸੀਂ ਆਪਸ਼ਨ ਚੂਜ਼ ਕਰਦੇ ਹਾਂ, ਗਰੰਟਿਡ ਇਹ ਵੀ ਸਾਨੂੰ ਪਤਾ ਵੀ 2-2.5% ਮਨੀ ਹੋਵੇ, ਕੰਪਾਊਂਡਿੰਗ ਗਰੋ ਹੋ ਜਾਂਦੀ ਹੈ, ਦੈਟਸ ਰੀਜ਼ਨੇਬਲ। ਠੀਕ ਹੈ। ਅਸਲੀ ਤਾਂ ਜਿਹੜਾ ਲੋਕੀ ਤਾਂ ਇਹ ਕਰਾਉਂਦੇ ਆ ਵੀ ਚਲੋ ਸਾਨੂੰ ਗ੍ਰਾਂਟ ਨਾਲ ਆ ਜਾਣੀ ਆ, ਉਹ ਜਿਹੜਾ $10-12,000 ਆਪਾਂ ਉਹ ਐਡ ਹੋਣਾ ਆ, ਉਸ ਚੀਜ਼ ਦਾ ਹੀ ਨਾਲ ਹੋ ਕੇ ਇੱਕ ਚੀਜ਼ ਨੂੰ ਉਹਦੀ ਵੈਲਿਊ ਕ੍ਰੀਏਟ ਹੋ ਜਾਂਦੀ ਹੈ। ਹੁਣ ਇਹ ਵੀ ਜੇ ਇਹ ਚੀਜ਼ ਹੁਣ ਉਹ ਨਹੀਂ ਮਿਲਦੀ, ਆਪਦੇ ਪੈਸੇ ਹੀ ਨੇ, ਤੇ ਫਿਰ ਆਪਦੇ ਹੀ ਵਾਪਸ ਮੁੜ ਕੇ ਆਉਣੇ ਨੇ। ਆਪਾਂ ਜੇ ਐਡ ਕਰਦੇ ਨਹੀਂ ਗ੍ਰਾਂਟ ਆਉਂਦੇ, ਉਦੋਂ ਫਿਰ ਆਉਂਦਾ ਵੀ ਜਿਹੜੇ ਦਿੱਤੇ ਨੇ ਉਹ ਵੀ ਕਈ ਵਾਰੀ ਹੁਣ ਜੇ ਘਟ ਗਏ ਮਾਰਕੀਟ ਦੇ ਹਿਸਾਬ ਨਾਲ, ਉਹ ਪੂਰੇ ਹੋਏ ਫਿਰ ਜੀ। ਤੇ ਸਰ ਆਖਰ ਦੇ ਵਿੱਚ ਕੋਈ ਸੁਨੇਹਾ, ਕੋਈ ਗੱਲਬਾਤ ਸਾਡੇ ਦਰਸ਼ਕਾਂ ਲਈ ਜੀ? ਸੁਨੇਹਾ ਇਹੀ ਹੈ ਜੀ, ਕੋਈ ਵੀ ਭਾਵੇਂ ਲਾਈਫ ਇੰਸ਼ੋਰੈਂਸ ਹੋਈ, ਭਾਵੇਂ ਡਿਸੇਬਿਲਿਟੀ ਹੋਈ, ਸੁਪਰ ਵੀਜ਼ਾ, ਕ੍ਰਿਟੀਕਲ ਹੋਇਆ, ਹੁਣ ਤੁਹਾਨੂੰ ਚਿੰਤਾ ਦੀ ਲੋੜ ਨਹੀਂ। ਥਿੰਕ ਇੰਸ਼ੋਰੈਂਸ ਦੀ ਸਰਵਿਸ ਸਾਡੀ ਆਨਲਾਈਨ ਹੈ, ਅਸੀਂ ਉਹਲਾ ਹੀ ਚੱਕਤਾ ਇੰਸ਼ੋਰੈਂਸ ਦਾ। ਤੁਸੀਂ ਆਨਲਾਈਨ ਜਾ ਕੇ ਆਪਦੇ ਕੋਡ ਦੇਖ ਸਕਦੇ ਹੋ। ਤੁਹਾਨੂੰ ਪਤਾ ਹੈ ਵੀ ਸਾਨੂੰ ਫੋਨ ਕਰਕੇ, ਕਿਉਂਕਿ ਕੋਈ ਇੱਦਾਂ ਦੀ ਕੈਨੇਡਾ ਦੀ ਕੰਪਨੀ ਹੈ ਜਿਹਨਾਂ ਨਾਲ ਅਸੀਂ ਡੀਲ ਨਹੀਂ ਕਰਦੇ। ਇਹ ਹੈ ਵੀ ਤੁਹਾਡੇ ਵਾਸਤੇ ਜਿਹੜੀ ਚੀਜ਼ ਜਿੱਥੋਂ ਵਧੀਆ ਮਿਲਦੀ ਉਹ ਸਾਡਾ ਕੰਮ ਹੈ ਲੱਭ ਕੇ ਲਿਆ ਕੇ ਦੇਣਾ। ਇਹ ਹੈ ਵੀ ਤੁਸੀਂ ਆਪ ਦਾ ਜਿਹੜਾ ਕੰਮ ਕਰੀ ਜਾਂਦੇ, ਸਾਰਿਆਂ ਕੋਲ ਨਹੀਂ ਟਾਈਮ ਹੁੰਦਾ, ਕਿਉਂਕਿ ਆਪਾਂ ਆਪਣੇ ਰੁਝਾਨ ਜ਼ਿੰਦਗੀ 'ਚ ਕਿੰਨਾ ਕੁ ਟਾਈਮ ਹੁੰਦਾ ਆਪਾਂ ਆਹੀ ਕੰਮ ਕਰੀਏ। ਹੁਣ ਟਿਕਟਾਂ ਵੀ ਲੈਣੀਆਂ, ਆਪਾਂ ਇਹਦਾ ਨਹੀਂ ਵੀ ਹਰੇਕ ਏਅਰਲਾਈਨ ਫੋਨ ਕਰੀ ਜਾਂਦੇ ਹਾਂ। ਉਹ ਟਰਸਟ ਕਰਨਾ ਪੈਂਦਾ। ਟਰਸਟ ਦੇ ਨਾਲ ਹੀ ਸਾਨੂੰ 11 ਵਰ੍ਹੇ ਹੋ ਗਏ, ਲੋਕ ਸਾਨੂੰ ਪਿਆਰ ਕਰਦੇ ਨੇ, ਬਿਜ਼ਨਸ ਦਿੰਦੇ ਨੇ, ਉਹਨਾਂ ਦੇ ਕਰਕੇ ਰਿਸਪੈਕਟ ਦੇ ਖਾਤਰ ਇੱਥੋਂ ਤੱਕ ਪਹੁੰਚੀਆਂ। ਸਾਡੀਆਂ 4 ਲੋਕੇਸ਼ਨ ਨੇ, ਐਬਟਸਫੋਰਡ 'ਚ, ਕੈਲਗਰੀ 'ਚ, ਤੇ ਐਡਮੰਟਨ ਤੇ ਸਰੀ 'ਚ। ਤੇ ਕਿਤੇ ਵੀ ਹੋ ਤੁਸੀਂ ਸਾਨੂੰ ਆਨਲਾਈਨ ਵੀ ਮਿਲ ਸਕਦੇ ਹੋ, ਆਫਿਸ 'ਚ ਆ ਕੇ ਵੀ ਮਿਲ ਸਕਦੇ ਹੋ, ਤੇ ਬਾਕੀ ਨੰਬਰ ਸਾਡੇ ਸਕਰੀਨ ਤੇ ਆ ਹੀ ਰਹੇ ਨੇ ਜੀ। ਥੈਂਕ ਯੂ ਸੋ ਮਚ ਜੀ। ਤੁਹਾਨੂੰ ਸਰ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਥੈਂਕ ਯੂ ਸੋਤਾ ਸਾਹਿਬ। ਦੋਸਤੋ, ਅੱਜ ਅਸੀਂ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ 2 ਮੁੱਦਿਆਂ ਦੇ ਉੱਤੇ। ਪਹਿਲਾ ਟਰੈਵਲ ਵਾਲਾ, ਚਾਹੇ ਉਹ ਜਿਹੜਾ ਵਿਜ਼ਿਟਰ ਨੇ, ਚਾਹੇ ਵਰਕ ਪਰਮਿਟ 'ਤੇ ਨੇ, ਦੂਜਾ RASP ਬਾਰੇ। ਕਿਸੇ ਨੂੰ ਵੀ ਜਿਹੜਾ ਇੱਥੇ ਆ ਰਿਹਾ, ਕੋਈ ਸਟੂਡੈਂਟ, ਕੋਈ ਉਹਨਾਂ ਦੇ ਮਾਪੇ ਜਿਹੜੇ ਆ ਰਹੇ ਆ, ਕੋਈ ਵੀ ਇਹਦੇ ਸੰਬੰਧੀ ਗੱਲਬਾਤ ਆ, ਨੰਬਰ ਥੱਲੇ ਆ ਰਿਹਾ, WhatsApp ਕਰ ਸਕਦੇ ਹੋ, ਇਹਦੇ 'ਤੇ ਪੁੱਛ ਸਕਦੇ ਹੋ। ਕੋਈ ਵੀ ਜਾਣਕਾਰੀ ਤੁਹਾਨੂੰ ਉਹ ਜਾਣਕਾਰੀ ਜ਼ਰੂਰ ਮੁਹੱਈਆ ਕਰਾਉਣਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।